ਅੱਜ ਆਪਾਂ शुरू करांगे WBC तो। देखो ल्यूकोसाइट्स ਨੂੰ ਹੀ WBCs बोलते हैं। जिवें RBC ਨੂੰ ਆਪਾਂ ਕੱਲ ਸਮਝਿਆ, RBC ਨੂੰ ਕੀ ਬੋਲਦੇ ਆ ਆਪਾਂ? एरिथ्रोसाइट्स। ਐਵੇਂ WBCs ਨੂੰ ਕੀ ਬੋਲਦੇ ਆ? ल्यूकोसाइट्स। ਅੱਗੇ ਪੜੋ। ਜਿਹੜੇ RBC ਹੁੰਦੇ ਨੇ ਉਹਨਾਂ ਦੀ ਮੈਂ ਸ਼ੇਪ ਕੱਲ ਲਰਨ ਕਰਵਾਈ ਸੀ, ਉਹਨਾਂ ਦੀ ਕਨਕੇਵ ਸ਼ੇਪ ਸੀ। ਯਾਦ ਹੈ ਤੁਹਾਨੂੰ ਸ਼ੇਪ? ਆ ਦੇਖੋ ਕਨਕੇਵ, ਐਸੀ ਸ਼ੇਪ ਹੈ ਉਹਨਾਂ ਦੀ, ਕਨਕੇਵ ਸ਼ੇਪ। ਠੀਕ ਹੈ, ਇਹਨੂੰ ਆਪਾਂ ਨੇ ਅੱਜ ਨਹੀਂ ਪੜਨਾ। ਇਹਦੇ ਅੰਦਰ WBC ਨੂੰ ਅਗਰ ਤੁਸੀਂ WBC ਦੀ ਸ਼ੇਪ ਨੂੰ ਦੇਖਦੇ ਹੋ ਤਾਂ WBC ਅਮੀਬੋਇਡ ਸ਼ੇਪ ਹੈ। ਅਮੀਬਾ ਦੀ ਸ਼ੇਪ ਪਤਾ ਹੈ ਨਾ, ਜੋ ਸ਼ੇਪ ਬਾਰ-ਬਾਰ ਚੇਂਜ ਕਰਦਾ ਰਹਿੰਦਾ ਹੈ। RBC ਆਪਣੀ ਸ਼ੇਪ ਨੂੰ ਕਦੀ ਵੀ ਚੇਂਜ ਨਹੀਂ ਕਰੇਗਾ। WBC ਦੀ ਸ਼ੇਪ ਕੰਟੀਨਿਊਸਲੀ ਚੇਂਜ ਹੁੰਦੀ ਰਹਿੰਦੀ ਹੈ। ਨਾ ਸਮਝ ਆਇਆ? ਅਗਲੀ ਲਾਈਨ ਰੀਡ ਕਰੋ। ਵਿਦ ਆ ਦੇਖੋ ਉਹਨਾਂ ਨੇ ਬ੍ਰੈਕਟ ਦੇ ਅੰਦਰ ਲਿਖਿਆ ਵੀ ਹੋਇਆ ਹੈ ਵਿਦਆਊਟ ਐਨੀ ਡੈਫੀਨੇਟ ਸ਼ੇਪ। RBC ਦੀ ਕੋਈ ਵੀ ਆਪਣੀ ਖੁਦ ਦੀ ਪਰਸਨਲ ਸ਼ੇਪ ਨਹੀਂ ਹੈ, ਚੇਂਜ ਹੁੰਦੀ ਰਹਿੰਦੀ ਹੈ ਸ਼ੇਪ। ਅੱਗੇ ਪੜੋ। ਨਿਊਕਲੀਏਟਿਡ ਕਾਰਪੂਲਸ। ਨਿਊਕਲੀਏਟਿਡ ਕਾਰਪੂਲਸ मतलब देखो मैं ਤੁਹਾਨੂੰ ਕੰਪੇਅਰ ਕਰਵਾਨਾ, ਫਿਰ ਤੁਹਾਨੂੰ ਸਮਝ ਆਏਗਾ। ਕੱਲ ਜਦੋਂ ਅਸੀਂ RBC ਪੜ੍ਹ ਰਹੇ ਸੀਗੇ, RBC ਦੇ ਅੰਦਰ ਅਸੀਂ ਪੜਿਆ ਸੀ ਐਸਾ RBC ਜੋ ਮੈਚਿਓਰ ਹੋ ਜਾਂਦਾ ਹੈ, ਐਸਾ RBC ਜੋ ਮੈਚਿਓਰ ਹੋ ਜਾਂਦਾ ਹੈ। ਮੈਚਿਓਰ ਹੋਏ ਹੋਏ RBC ਦੇ ਅੰਦਰ ਨਿਊਕਲੀਅਸ ਐਬਸੈਂਟ ਹੋ ਜਾਂਦਾ ਹੈ, ਦੱਸਿਆ ਨਾ ਕੱਲ ਮੈਂ ਤੁਹਾਨੂੰ। ਫਿਰ ਉਸ ਤੋਂ ਬਾਅਦ ਅੱਜ ਜਦੋਂ ਅਸੀਂ WBC ਪੜ੍ਹ ਰਹੇ ਹਾਂ, WBC ਦੇ ਅੰਦਰ ਉਹ ਕਹਿ ਰਹੇ ਨੇ ਐਸੇ ਸੈਲਸ ਨੇ ਜਿਹੜੇ ਨਿਊਕਲੀਏਟਿਡ ਕਾਰਪੂਲਸ ਨੇ। ਕਾਰਪੂਲਸ मतलब ਸੈਲਸ, ਇਹਨਾਂ ਦੇ ਅੰਦਰ न्यूक्लियस प्रेजेंट है। आ गया समझ? आगे पढ़ो। हर टाइम है। दे आर ऑल्सो नोन एज फैगोसाइटसिस। फैगोसाइटसिस क्यों बोलते हैं आप इन्होंने? दे इनगल्फ द फॉरेन एंड वॉर्न आउट स्ट्रक्चर्स। देखो बहुत ध्यान नाल समझो, फैगोसाइटसिस क्यों बोलते हैं? ये कुछ फॉरेन बॉडीज ਨੂੰ इनगल्फ कर लेंदे ने। समझ आया? अगला इन्हां ਨੂੰ स्कैवेंजर्स भी बोलते हैं। ਐਜ਼ ਦੇ ਇਨਗਲਫ ਦਾ ਵੋਰਨ ਆਊਟ ਟਿਸ਼ੂਜ਼ ਆਫ ਦਾ ਬੋਡੀ ਦੇ ਅੰਦਰ ਜਿਹੜੇ ਕੁਝ ਟਿਸ਼ੂਜ਼ ਜਾਂ ਸੈਲਸ ਜਿਹੜੇ ਡੈਡ ਹੋ ਜਾਂਦੇ ਨੇ, ਇਹ ਡੈਡ ਟਿਸ਼ੂਜ਼ ਔਰ ਡੈਡ ਸੈਲਸ ਨੂੰ ਖਾ ਜਾਂਦੇ ਨੇ। ਕਲੀਅਰ ਹੈ? ਦੇਖੋ ਸਭ ਤੋਂ ਪਹਿਲਾਂ ਅਸੀਂ ਪੜਿਆ ਇਹ ਕੀ ਬੋਲ, ਹਾਂ ਤਰੁਣ ਇੱਕ ਮਿੰਟ ਮੈਂ ਤੈਨੂੰ ਦੱਸਦਾ। ਸਭ ਤੋਂ ਪਹਿਲਾਂ ਆਪਾਂ ਪੜਿਆ ਫੈਗੋਸਾਈਟਸਿਸ, ਇਹ ਕਿਸੇ ਵੀ ਫੋਰਨ ਬੋਡੀਜ਼ ਨੂੰ ਖਾ ਜਾਣਗੇ। ਤਰੁਣ ਧਿਆਨ ਨਾਲ ਸੁਣੇਗਾ, ਤੇਰਾ ਡਾਊਟ ਕਲੀਅਰ ਹੋ ਜਾਏਗਾ। ਫੈਗੋਸਾਈਟਸਿਸ ਦਾ ਮਤਲਬ ਹੁੰਦਾ ਹੈ ਜਦੋਂ ਤੇਰੀ ਬੋਡੀ ਦੇ ਅੰਦਰ ਕੋਈ ਫੋਰਨ ਬੋਡੀ ਆ ਗਈ ਜਿਹੜੀ ਉਹਨੂੰ ਲੱਗਿਆ ਵੀ ਇਹ ਮੇਰੀ ਬੋਡੀ ਨੂੰ ਹਾਰਮ ਪਹੁੰਚਾ ਸਕਦੀ ਹੈ, ਇਹ ਉਸ ਫੋਰਨ ਬੋਡੀ ਨੂੰ ਇਨਗਲਫ ਕਰ ਲੈਂਦੇ ਨੇ। ਇਨਗਲਫ मतलब ਖਾ ਲੈਂਦੇ ਨੇ। ਫੋਰਨ ਬੋਡੀ ਨੂੰ ਖਾਣ ਦੇ ਪ੍ਰੋਸੈਸ ਨੂੰ ਕੀ ਬੋਲਦੇ ਆ ਅਸੀਂ? ਫੈਗੋਸਾਈਟਸਿਸ। ਫਿਰ ਅਗਲਾ ਪ੍ਰੋਸੈਸ ਆਉਂਦਾ ਸਕੈਵੈਂਜਰਸ। ਸਕੈਵੈਂਜਰਸ ਕੀ ਹੁੰਦੇ ਨੇ? ਸਕੈਵੈਂਜਰਸ ਉਹ ਹੁੰਦੇ ਨੇ ਜਿਹੜੇ ਡੈਡ ਐਂਡ ਡਿਕੇਇੰਗ ਨੂੰ ਹੀ ਖਾਂਦੇ ਨੇ। मतलब WBC ਫੈਗੋਸਾਈਟਸਿਸ ਤਾਂ ਕਰਦਾ ਹੀ ਕਰਦਾ ਹੈ, ਸਕੈਵੈਂਜਿੰਗ ਵੀ ਕਰ ਸਕਦਾ ਹੈ, यानी कि डेड एंड डिकेइंग ਨੂੰ ਵੀ ਖਾ ਸਕਦਾ ਹੈ। मतलब ਇਹ ਨਹੀਂ ਹੈ ਵੀ ਉਹ ਬਾਹਰੋਂ ਦੀ ਕੋਈ ਦੁਸ਼ਮਣ ਆਏਗਾ ਤਾਂ ਸਿਰਫ ਉਹਨੂੰ ਹੀ ਖਾਵਾਂਗਾ ਮੈਂ। ਅਗਰ ਅੰਦਰ ਕੋਈ ਡੈਡ ਬੋਡੀ ਆ ਗਈ ਹੈ, ਡੈਡ ਸੈੱਲ ਹੈ, ਅगर कोई ਸੈੱਲ ਮਰ ਗਿਆ तो ਉਹਨੂੰ ਵੀ ਖਾ ਸਕਦਾ ਹੈ। ਹੁਣ ਪੁੱਛ ਤਰੁਣ ਕੀ डाउट है? हाँ सर एक और था सर, जैसे स्टार्टिंग में BCG का इंजेक्शन लगता है तो उसकी इम्यूनिटी WBC में चली जाती है। नहीं वो नहीं है। एज दे इनगल्फ द वॉर्न आउट टिश्यूज दे आर सोल्जर्स ऑफ द बॉडी। देखो ਇਹਨਾਂ ਨੂੰ ਸੋਲਜਰਸ ਵੀ ਬੋਲ ਸਕਦੇ ਆ। ਦੇਖੋ ਇਹਨਾਂ ਨੇ ਫੋਰਨ ਬੋਡੀਜ਼ ਨੂੰ ਇਨਗਲਫ ਕੀਤਾ ਨਾ, ਫੋਰਨ ਬੋਡੀਜ਼ ਨੂੰ ਇਨਗਲਫ। ਇਹਨਾਂ ਨੇ ਡੈਡ ਬੋਡੀਜ਼ ਨੂੰ ਵੀ ਖਾਇਆ, ਸਾਫ ਸਫਾਈ ਰੱਖੀ, ਬੋਡੀ ਨੂੰ ਬਿਮਾਰੀਆਂ ਤੋਂ ਬਚਾਇਆ, ਤਾਂ ਇਸ ਲਈ ਇਹਨਾਂ ਨੂੰ ਆਪਾਂ ਕੀ ਬੋਲ ਸਕਦੇ ਆ? ਸੋਲਜਰਸ ਆਫ ਯੂਰ ਬੋਡੀ। ਆ ਗਿਆ ਸਮਝ ਇੱਥੇ ਤੱਕ? ਅੱਗੇ ਦੇਖ ਸ਼ਕਤੀਮਾਨ। ਐਜ਼ ਦੇ ਅਕਮੂਲੇਟ ਦ ਸਾਈਟ ਆਫ ਦ ਇੰਜਰੀ ਐਂਡ ਫਾਈਟ ਦ ਇਨਵੇਡਿੰਗ ਮਾਈਕਰੋ ਆਰਗੈਨਿਜ਼ਮ ਦੇ ਕੋਜ਼ ਇਨਫੈਕਸ਼ਨ। ਮੇਰੀ ਗੱਲ ਨੂੰ ਧਿਆਨ ਨਾਲ ਸੁਣੀ। ਹੁਣ ਇਹ ਪਰਸਨ ਦੀ ਬੋਡੀ ਹੈ, ਹੁਣ ਪਰਸਨ ਦੀ ਕਿਸੇ ਬੋਡੀ ਦੇ ਐਸੇ ਪਾਰਟ ਦੇ ਵਿੱਚ ਮਾਈਕਰੋ ਆਰਗੈਨਿਜ਼ਮ ਐਂਟਰ ਕਰ ਗਏ। मतलब मान ला भी इस जगह ਤੇ ਮਾਈਕਰੋ ਆਰਗੈਨਿਜ਼ਮ ਨੇ, ਇਸ ਜਗ੍ਹਾ ਤੇ ਮਾਈਕਰੋ ਆਰਗੈਨਿਜ਼ਮਸ ਐਂਟਰ ਹੋ ਚੁੱਕੇ ਨੇ। ਤਾਂ ਜਿਹੜੇ WBCs ਨੇ, WBC ਕੀ ਕਰਨਗੇ ਹਿਮਾਂਸ਼? ਸਾਰੇ ਦੇ ਸਾਰੇ WBC ਇਸ ਜਗ੍ਹਾ ਤੇ ਆ ਕੇ ਇਕੱਠੇ ਹੋ ਜਾਣਗੇ। ਇਸ ਜਗ੍ਹਾ ਤੇ ਆ ਕੇ ਜਦੋਂ ਇਕੱਠੇ ਹੋ ਜਾਣਗੇ ਉਹ ਇਸ ਮਾਈਕਰੋਬਸ ਦੇ ਨਾਲ ਫਾਈਟ ਕਰਨਾ ਸ਼ੁਰੂ ਕਰ ਦੇਣਗੇ। ਅਗਰ ਉਹ ਫਾਈਟ ਨਾ ਕਰਨ ਤਾਂ ਇਹ ਮਾਈਕਰੋਬਸ ਪੂਰੀ ਬਾਡੀ ਦੇ ਵਿੱਚ ਡਿਸੀਜ਼ ਫੈਲਾ ਸਕਦੇ ਨੇ। ਤਾਂ ਜਿਹੜੇ WBC ਨੇ ਉਹ ਕੀ ਕਰਦੇ ਨੇ? ਜਿੱਥੋਂ ਵੀ ਮਾਈਕਰੋਬਸ ਜਿਹੜੀ ਜਗ੍ਹਾ ਤੋਂ ਐਂਟਰ ਕਰ ਰਹੇ ਨੇ ਉਸ ਜਗ੍ਹਾ ਤੇ ਆ ਕੇ ਉਹ ਮਾਈਕਰੋਬਸ ਨਾਲ ਫਾਈਟ ਕਰਕੇ ਉਹਨਾਂ ਨੂੰ ਕਲੀਨ ਕਰ ਦੇਣਗੇ। ਪੜੋ ਜਰਾ ਲਾਸਟ ਲਾਈਨ ਰੀਡ ਕਰੋ ਇੱਕ ਵਾਰ।
दे कैन अकोमोलेट, अकोमोलेट मतलब उस जगह ते ये इकट्ठे हो जाएंगे, आया समझ, जिस जगह ते इंजरी है ਜਾਂ फाइट करन दी जरूरत है विद द इन्वेडिंग माइक्रो ऑर्गेनिज्म, इन्वेडिंग मतलब जो बाहरों दी माइक्रो ऑर्गेनिज्म ਤੁਹਾਡੀ बॉडी ਦੇ अंदर आए ने, किसी भी जगह ते आ सकते ने, जिस जगह ते आएंगे माइक्रो ऑर्गेनिज्म WBC उस जगह ते आके इकट्ठे हो जाएंगे और उत्थे फाइट करेंगे, और फाइट करन नाल की होएगा, ਤੁਹਾਡੀ बॉडी डिसीज तो बच सकती है। ठीक है, अगला पैराग्राफ रीड करो, फिर मैं ਤੁਹਾਨੂੰ नैक्सट पैराग्राफ समझांदा। नैक्सट पैराग्राफ देखो, ल्यूकोसाइट्स वेरी, जब मेरी गल ध्यान नाल सुनो, पहला आप पिछला टॉपिक भी रिवाइज कर लिए नाल नाल। आरबीसी जो है ना, आरबीसी मैं कल दस्या सीगा पर मिलीमीटर क्यूब दे अंदर, पर मिलीमीटर क्यूब दे अंदर एक अडल्ट मैन दे अंदर 5 to 6 मिलियन होंदे ने, मिलियन मतलब 5 to 5.4 मिलियन, 5 to 5.4 मिलियन मतलब 50 लाख सैल्स ने 1 मिलीमीटर क्यूब दे अंदर, एक अडल्ट मैन दे अंदर। ਅੱਜ ਤੁਸੀਂ देख रहे हो ये सिर्फ कुछ हज़ार ने, मतलब WBC ਦੀ काउंट कुछ सिर्फ थाउजेंड्स ਦੇ अंदर है, किन्नी 5000 to 9000 ओनली। आगे पढ़ो, दे आर प्रोड्यूस्ड आइदर इन अ बोन मैरो और इन लिम्फॉइड टिश्यूज। ये ध्यान नाल समझांगे लिम्फॉइड टिश्यूज की ने, जिन्हां ने तो लिम्फ समझिया है उन्होंने तो फटाफट समझ आ जाएगा, जिन्हां ने नहीं समझिया रिवाइज कर लें। देखो बॉडी दे विच लिम्फ वैसल्स होंदियां ने, ठीक है, बॉडी दे विच क्या ने, लिम्फ वैसल्स ने, दो लिम्फ वैसल दे विचकार उरे की होंदे ने, लिम्फ नोड्स ने, उरे क्या होंदे ने, ये लिम्फ वैसल है। लिम्फ वैसल अगर नहीं आंदा तो तुसी पहला लिम्फ वाला टॉपिक समझना पएगा। लिम्फ वैसल दे विचकार की होंदा है, लिम्फ नोड्स होंदियां ने। ये जो लिम्फ नोड्स होंदियां ने इन्हां दा सिर्फ एक काम है, एक काम की है, लिम्फोसाइट नाम दे सैल्स दी प्रोडक्शन करना, यानी कि WBCs नू बनाना। आ गया पूरा समझ? हुण अगे पढ़ो, दो जगह ते बनदे ने WBC, केड़ी-केड़ी जगह ते, एक तो बोन मैरो दे अंदर और एक लिम्फोसाइट्स दे अंदर। RBC लेकिन केड़ी-केड़ी जगह ते बनदा है, बोन मैरो एंड स्प्लीन दे अंदर, लिवर दे अंदर नहीं बनदा। लिवर दे अंदर डेड स्टोर होंदे ने, कल आपां पढ़िया सीगा RBC ऑर्गन है एक, दिखा दांगा। देखो हिमांश अगे रीडिंग कर, दे आर प्रोड्यूस्ड आइदर इन द बोन मैरो और इन लिम्फॉइड टिश्यूज सच एज लिम्फ नोड्स। मैं तुहानू दिखाया ना लिम्फ नोड्स कित्थे ने, दो लिम्फ वैसल्स दे सेंटर दे विच लिम्फ नोड होंदी है। लिम्फ नोड लिम्फोसाइट सेल्स यानी कि WBC दी प्रोडक्शन करती है। क्लियर? आगे पढ़ो। सर एक क्वेश्चन थी, हाँ पूछ। कि RBC ਦੀ कंपैरेटिवली ये बहुत घट है, इनका दा साइज बहुत बड़ा होता है। नहीं ऐसा कुछ नहीं है, क्योंकि इन्हां दे इंक्रीज होने नाल ब्लड कैंसर हो जाता है। ਅੱਗੇ ਆ ਕੇ ਰੀਡਿੰਗ ਕਰਾਂਗੇ ਫਿਰ ਉਦੋਂ ਮੈਂ ਤੁਹਾਨੂੰ ਜ਼ਿਆਦਾ ਵਧੀਆ ਦੱਸਦਾ। ਇਹਨਾਂ ਦਾ ਦੇਖ ਤੈਨੂੰ ਲੱਗਣ ਮਤਲਬ ਇੱਕ ਆਮ ਬੰਦੇ ਨੂੰ ਲੱਗਦਾ ਵੀ ਇੱਕ WBC ਤਾਂ ਇਮਿਊਨਿਟੀ ਪ੍ਰੋਵਾਈਡ ਕਰਦਾ ਹੈ, ਅਗਰ ਮੇਰੀ ਬਾਡੀ ਦੇ ਅੰਦਰ ਸੋਲਜਰਸ ਜ਼ਿਆਦਾ ਹੋ ਜਾਣ ਤਾਂ ਮੇਰੀ ਬਾਡੀ ਨੂੰ ਤਾਂ ਫਾਇਦਾ ਹੋਏਗਾ, ਮੇਰੀ ਬਾਡੀ ਨੂੰ ਕੋਈ ਬਿਮਾਰੀ ਨਹੀਂ ਹੋਏਗੀ। ਅਗਰ ਇਹਨਾਂ ਦਾ ਪਰਸੈਂਟੇਜ 1% ਵੀ ਅਗਰ ਇਨਕਰੀਜ਼ ਹੋ ਗਿਆ ਨਾ, 1% ਵੀ ਇਨਕਰੀਜ਼ ਹੋ ਗਿਆ ਤਾਂ ਡੈਡਲੀ ਡਿਸੀਜ਼ ਹੈ, ਬਹੁਤ ਜ਼ਿਆਦਾ ਬਲੱਡ ਕੈਂਸਰ ल्यूकीपीनिया हो जाएगा, जिसका बहुत ही डिफिकल्ट तरीके नाल इलाज किया जाता है, बंदा बहुत ज़्यादा वीक हो जाता है। तो इसलिए इन्हां दा नंबर जिन्ना है उन्ना ही रहना चाहिए। इन्हां दा परसेंटेज अगर इंक्रीज हो गया तो ब्लड कैंसर की थोड़ा नीचे गिर गया सी कैमरा, अगे पढ़ो जल्दी। देखो उन्होंने की लिखा होया, एक्स्ट्रा ऑर्डिनरी इंक्रीज इन द नंबर ऑफ ल्यूकोसाइट्स इज कॉल्ड ल्यूकीमिया। ल्यूकीमिया नूं की कहने आपां ब्लड कैंसर। एक्स्ट्रा ऑर्डिनरी इंक्रीज हो गया, मैं 1% बोलता सी गलती नाल, अगर इन्हां दा नंबर एक्स्ट्रा ऑर्डिनरी इंक्रीज हो जाए तां होएगा ब्लड कैंसर। एंड डिक्रीज इन द नंबर दे नाल ल्यूकीपीनिया हो जाएगा। मैं लगता पहला थोड़ा जा गलत बोलता, इनू करैक्ट कर लो। एक तो 1% इंक्रीज होने नाल नहीं, अगर इहदा नंबर एक्स्ट्रा ऑर्डिनरी इंक्रीज हो जाए तो ब्लड कैंसर होएगा। और ब्लड कैंसर नूं आपां की बोलदे हैं?
ल्यूकीमीਆ ਤੇ ਅਗਰ ਇਹਨਾਂ ਦਾ ਨੰਬਰ ਡਿਕਰੀਜ਼ ਹੋ ਜੇ ਤਾਂ ल्यूकीपीनिया ਬੋਲਾਂਗੇ ਆਪਾਂ। ਸਮਝ ਆ ਗਿਆ ਪੂਰਾ? ਨੈਕਸਟ ਪੈਰਾਗ੍ਰਾਫ ਤੇ ਚੱਲੋ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ। ਇਹ ਉਰੋਂ ਦੀ ਲੈ ਕੇ ਇਹ ਇੱਧਰ ਤੱਕ ਨਿਊਟ੍ਰੋਫੈਗੋਸਾइटोसिस ਤੱਕ, ਠੀਕ ਹੈ। ਬਹੁਤ ਧਿਆਨ ਨਾਲ ਸਮਝਣਾ ਹੈ। डिक्रीज होएगा की होएगा ਲਿਖਿਆ ਹੋਇਆ ਉਧਰ, ਧਿਆਨ ਨਾਲ ਪੜ੍ਹ ਕਿਉਂ ਨਹੀਂ ਰਿਹਾ? ल्यूकीपीनिया ते इंक्रीज ਉਹ ਵੀ ਲਿਖਿਆ ਹੋਇਆ ਹੈ। ल्यूकीमिया ਬਲੱਡ ਕੈਂਸਰ। ਦੇਖੋ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਇਹ ਪੇਪਰ 'ਚ ਕੁਐਸਚਨ ਆਂਦਾ ਕਿਵੇਂ ਹੈ, ਇਹ ਵਾਲੇ ਪੈਰਾਗ੍ਰਾਫ ਦਾ ਨਹੀਂ। ਹੁਣ ਜਿਹੜੇ ਆਪਾਂ ਟਾਈਪਸ ਆਫ ਲਿਊਕੋਸਾਈਟਸ ਪੜਨ ਜਾ ਰਹੇ ਹਾਂ, ਠੀਕ ਹੈ। ਦੇਖੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਕੁਐਸਚਨ ਉਹ ਪੁੱਛਣਗੇ ਕਿਵੇਂ, ਤਾਂ ਹੀ ਤੁਹਾਨੂੰ ਸਮਝਣ 'ਚ ਮਜ਼ਾ ਆਏਗਾ, ਨਹੀਂ ਤਾਂ ਇਹ ਟੌਪਿਕ ਥੋੜਾ ਜਿਹਾ ਬੋਰ ਹੀ ਹੈ। ਦੇਖੋ ਇਸ ਕੁਐਸਚਨ ਦਾ ਕੀ ਹੁੰਦਾ ਹੈ, ਬੇਸਿਕਲੀ ਇੱਕ ਸੈੱਲ ਦੀ ਨਾ ਡਾਇਗਰਾਮ ਬਣੀ ਹੋਈ ਹੋਏਗੀ, ਮਤਲਬ ਤੁਹਾਨੂੰ ਐਵੇਂ ਡਾਇਗਰਾਮ ਬਣਾ ਕੇ ਉਹਨਾਂ ਨੇ ਦੇ ਦੇਣੀ ਹੈ। WBC ਕਮ ਸੇ ਕਮ ਤੁਸੀਂ ਅੱਗੇ ਆ ਕੇ ਪੜੋਗੇ, ਕਮ ਸੇ ਕਮ 5-6 ਤਰ੍ਹਾਂ ਦੇ WBC ਨੇ ਸਾਡੀ ਬਾਡੀ ਦੇ ਅੰਦਰ, ਅਲੱਗ-ਅਲੱਗ ਪਰਪਸ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ WBC। ਇੰਨੀ ਗੱਲ ਸਮਝ ਆਈ? ਉਹਨਾਂ ਨੇ ਕੀ ਕਰਨਾ ਹੈ, ਐਵੇਂ ਨਹੀਂ ਕਦੀ ਬੋਰਡ 'ਚ ਆਉਂਦਾ ਵੀ ਇਹ ਕਿਹੜਾ ਹੈ, ਇਹਨੂੰ ਫੰਕਸ਼ਨ ਕਰੋ, ਮਤਲਬ XYZ ਨਾਮ ਲਿਖਤਾ ਔਰ ਇਹਦਾ ਫੰਕਸ਼ਨ ਦੱਸੋ, ਐਵੇਂ ਨਹੀਂ ਕਦੀ ਪੁੱਛਣਗੇ। ਉਹਨਾਂ ਨੇ ਇੱਕ ਡਾਇਗਰਾਮ ਬਣਾ ਕੇ ਦੇਣੀ ਹੈ। ਡਾਇਗਰਾਮ ਤੋਂ ਤੁਹਾਨੂੰ ਪਹਿਚਾਨਣਾ ਹੋਏਗਾ ਉਹ ਕਿਸ ਤਰ੍ਹਾਂ ਦਾ WBC ਹੈ ਔਰ ਉਹਦੇ ਫੰਕਸ਼ਨਸ ਤੁਸੀਂ ਐਕਸਪਲੇਨ ਕਰਨੇ। ਸਮਝ ਆਇਆ? ਹੁਣ ਦੇਖੋ ਜਿਵੇਂ ਕਿ ਸਟਾਰਟਿੰਗ ਦੇਖੋ, ਡਾਇਗਰਾਮ ਬਣਾਣੀ ਕਦੀ ਨਹੀਂ ਆਏਗੀ, ਡਾਇਗਰਾਮ ਨੂੰ ਰੀਡ ਇੰਟਰਪ੍ਰੈਟ ਕਰਨਾ ਆਣਾ ਚਾਹੀਦਾ ਤੁਹਾਨੂੰ। ਦੇਖੋ ਸਟਾਰਟਿੰਗ ਦੇ ਵਿੱਚ WBC ਨੂੰ ਕੀ ਕਹਿ ਰਿਹਾ ਹਿਮਾਂਸ਼? WBC ਦੋ ਟਾਈਪ ਦੇ ਹੁੰਦੇ ਨੇ। ਕਿਹੜੇ ਕਿਹੜੇ ਦੋ ਟਾਈਪ ਦੇ? ਗ੍ਰੈਨੂਲਰ ਐਂਡ ਏ ਗ੍ਰੈਨੂਲਰ। ਪੜਿਆ? ਚੱਲ ਅੱਗੇ ਪੜ। A granular leukocytes are the leukocytes whose cytoplasm is not granular in the appearance। ਨਾਮ ਤੋਂ ਹੀ ਪਤਾ ਲੱਗ ਰਿਹਾ ਤਰੁਣ, A granular ਮਤਲਬ ਜਿਨ੍ਹਾਂ ਦੇ ਸਾਈਟੋਪਲਾਜ਼ਮ ਦੇ ਅੰਦਰ ਗ੍ਰੈਨੂਲਸ ਨਹੀਂ ਹੁੰਦੇ ਪ੍ਰੈਜ਼ੈਂਟ। A granule ਮਤਲਬ ਨਹੀਂ ਹੋਣਗੇ। ਅੱਗੇ ਪੜੋ। They are produced in the lymph। ਇਹਨੂੰ ਅੰਡਰਲਾਈਨ ਕਰੋ ਜਰਾ, ਇਹ ਹੀ ਸਭ ਤੋਂ ਇੰਪੋਰਟੈਂਟ ਚੀਜ਼ਾਂ ਨੇ। A granular leukocytes ਕਿੱਥੇ ਬਣਦੇ ਨੇ? lymph nodes, spleen and other lymphoid tissues ਦੇ ਅੰਦਰ। they have a single large nucleus। they is further divided into monocytes and lymphocytes। ਦੇਖ ਇੰਨਾ ਕੁ ਪਹਿਲਾਂ ਇੱਕ ਵਾਰ ਫਟਾਫਟ ਰਿਵਾਈਜ਼ ਕਰ ਲਈਏ, ਫਿਰ ਅੱਗੇ ਚੱਲਦੇ ਹਾਂ। WBC ਦੋ ਤਰ੍ਹਾਂ ਦੇ ਹੁੰਦੇ ਨੇ, ਠੀਕ ਹੈ। WBC 2 ਟਾਈਪ ਦੇ WBC ਨੇ। ਕਿਹੜੇ ਕਿਹੜੇ? A granular and granular। ਪਹਿਲਾਂ ਅਸੀਂ ਸਟਾਰਟਿੰਗ ਕੀਤੀ ਗ੍ਰੈਨੂਲਰ ਤੋਂ। ਗ੍ਰੈਨੂਲਰ ਕਿਹੜੇ ਹੋਣਗੇ? ਜਿਨ੍ਹਾਂ ਦੇ ਸਾਈਟੋਪਲਾਜ਼ਮ ਦੇ ਅੰਦਰ ਕੋਈ ਵੀ ਗ੍ਰੈਨੂਲਸ ਨਹੀਂ ਹੈ। ਸਰ ਹੁੰਦੇ ਗ੍ਰੈਨੂਲਰ। ਏ ਗ੍ਰੈਨੂਲਰ ਚ, ਏ ਗ੍ਰੈਨੂਲਰ ਚ ਕੋਈ ਵੀ ਗ੍ਰੈਨੂਲਸ ਨਹੀਂ ਪ੍ਰੈਜ਼ੈਂਟ ਹੋਣਗੇ ਉਹਨਾਂ ਦੇ ਸਾਈਟੋਪ, ਤਾਂ ਹੀ ਤਾਂ ਏ ਗ੍ਰੈਨੂਲਸ ਬੋਲ ਰਹੇ। ਇੰਨਾ ਸਮਝ ਆਇਆ? ਫਿਰ ਉਸ ਤੋਂ ਬਾਅਦ ਇਹ ਕਿਹੜੀ ਕਿਹੜੀ ਜਗ੍ਹਾ ਤੇ ਐਸੇ WBC ਬਣਦੇ ਨੇ? ਲਿੰਫ ਨੋਡਸ ਦੇ ਅੰਦਰ, ਲਿੰਫੋਇਡ ਟਿਸ਼ੂਜ਼ ਦੇ ਅੰਦਰ ਤੇ ਸਪਲੀਨ ਦੇ ਅੰਦਰ। 3 ਜਗ੍ਹਾ ਤੇ ਲਿੰਫ ਨੋਡ, ਅਦਰ ਲਿੰਫੋਇਡ ਟਿਸ਼ੂਜ਼। ਕੋਈ ਲਿੰਫੋਇਡ ਟਿਸ਼ੂਜ਼ ਹੈਗੇ ਨੇ ਬਾਡੀ ਦੇ ਅੰਦਰ, ਜਦੋਂ ਮੈਂ ਲਿੰਫ ਦੱਸਿਆ ਸੀ ਉਦੋਂ ਦੱਸਿਆ ਸੀ। ਫਿਰ ਉਸ ਤੋਂ ਬਾਅਦ ਸਪਲੀਨ ਦੇ ਅੰਦਰ। ਸਪਲੀਨ ਇੱਕ ਆਰਗਨ ਹੈ ਬਾਡੀ ਦੇ ਅੰਦਰ, ਠੀਕ ਹੈ। ਇਹ ਸਾਰੇ 3 ਆਰਗਨਸ ਨੇ ਜਿਹੜੇ ਲਿੰਫੋਸਾਈਟਸ ਨੂੰ ਬਣਾ ਸਕਦੇ ਨੇ। ਫਿਰ ਉਸ ਤੋਂ ਬਾਅਦ ਸ਼ਕਤੀਮਾਨ ਇਹ ਬੋਲਦੇ ਨੇ A ਗ੍ਰੈਨੂਲਰ 2 ਟਾਈਪ ਦੇ ਹੁੰਦੇ ਨੇ, ਮੋਨੋਸਾਈਟਸ ਐਂਡ ਲਿੰਫੋਸਾਈਟਸ। ਹੁਣ ਤੁਸੀਂ ਪਹਿਲਾਂ ਮੋਨੋਸਾਈਟਸ ਨੂੰ ਰੀਡ ਕਰੋ, ਫਿਰ ਆਪਾਂ ਅੱਗੇ ਇਹਦੀ ਰੀਡਿੰਗ ਸਟਾਰਟ ਕਰਦੇ ਹਾਂ। इन्होंने फिर जीरोस कट पाई होंगे। ਹਾਂ ਨੈਕਸਟ ਦੇਖੋ, ਇਹ ਸਮਝ ਆ ਗਿਆ ਨਾ। A ਗ੍ਰੈਨੂਲਰ 2 ਤਰ੍ਹਾਂ ਦੇ ਹੁੰਦੇ ਨੇ। ਕਿਹੜੇ ਕਿਹੜੇ? ਮੋਨੋਸਾਈਟਸ ਐਂਡ ਲਿੰਫੋਸਾਈਟਸ। ਹੁਣ ਮੋਨੋਸਾਈਟਸ ਪੜੋ। ਮੋਨੋਸਾਈਟਸ ਦੇ ਆਰ ਦਾ ਲਾਰਜੈਸਟ ਸਾਈਜ਼ ਲਿਊਕੋਸਾਈਟਸ ਮਯਰਿੰਗ। ਇਹ ਨਹੀਂ ਯਾਦ ਕਰਨ ਦੀ ਕਦੀ ਵੀ ਲੋੜ ਹੁੰਦੀ, ਸਿਰਫ ਜੋ ਮੈਂ ਤੁਹਾਨੂੰ ਦੱਸਾਂਗਾ ਸਿਰਫ ਉਹੀ ਚੀਜ਼ਾਂ ਨੂੰ ਪੜ੍ਹਨਾ ਤੁਸੀਂ। ਇਹ ਸਿਰਫ ਨੌਲੇਜ ਲਈ ਪੜ੍ਹ ਰਹੇ ਆ। ਐਗਜ਼ਾਮ 'ਚ ਕੋਈ ਐਗਜ਼ਾਮੀਨਰ ਨਹੀਂ ਪੁੱਛੇਗਾ ਵੀ ਇਹਨਾਂ ਦਾ ਕਿੰਨਾ ਸਾਈਜ਼ ਹੁੰਦਾ ਹੈ, ਇਹ ਕਿੰਨੇ % ਹੁੰਦੇ ਨੇ, ਬਸ ਪਤਾ ਹੋਣੀ ਚਾਹੀਦੀਆਂ ਚੀਜ਼ਾਂ। ਦੇਖੋ ਇਹਨਾਂ ਦਾ ਡਾਇਆਮੀਟਰ 12 to 20 ਮਾਈਕਰੋਮੀਟਰ ਹੁੰਦਾ ਹੈ। ਦੇ ਫਾਰਮ 3 to 8% ਆਫ ਦਾ ਟੋਟਲ ਲਿਊਕੋਸਾਈਟਸ। ਹੁਣ ਇਧਰੋਂ ਦੀ ਪੜੋ, ਇੱਥੋਂ ਦੀ ਕਰੋ, ਇਧਰੋਂ ਨਾ ਮਾਰਕ ਕਰਕੇ ਇਹਦੇ ਉੱਪਰ ਇੰਪੋਰਟੈਂਟ ਲਿਖ ਲੈਣਾ। ਇੱਥੋਂ ਦੀ ਸਹੀ ਮਾਇਨੇ 'ਚ ਪੜਨਾ ਸ਼ੁਰੂ ਕਰਨਾ ਆਪਾਂ ਨੇ। ਮੋਨੋਸਾਈਟ ਇਜ਼ ਅ ਲਾਰਜ ਅਮੀਬੋਇਡ ਸ਼ੇਪ ਸੈਲ ਹੈਵਿੰਗ ਦਾ ਕਿਡਨੀ ਸ਼ੇਪ ਨਿਊਕਲੀਅਸ। ਦੇਖੋ ਦਿਵਿਅਮ ਬਹੁਤ ਧਿਆਨ ਨਾਲ ਸੁਣ।
ਜੋ A ਗ੍ਰੈਨੂਲਰ ਦਾ ਮੋਨੋਸਾਈਟ ਹੈ ਜੋ ਉਹਦਾ ਜਿਹੜਾ ਸੈੱਲ ਦਾ ਸ਼ੇਪ ਹੈ ਉਹ ਅਮੀਬੋਇਡ ਹੈ, ਸੈੱਲ ਅਮੀਬੋਇਡ ਸ਼ੇਪ ਹੈ, ਔਰ ਇਹਦੇ ਅੰਦਰ ਜਿਹੜਾ ਨਿਊਕਲੀਅਸ ਹੈ ਉਹਦੀ ਸ਼ੇਪ ਕੀ ਕੈਸੀ ਹੈ, ਕਿਡਨੀ ਸ਼ੇਪ। ਮੈਂ ਤੁਹਾਨੂੰ ਦੱਸਿਆ ਸੀ ਨਾ ਤੁਹਾਡੇ ਸਾਹਮਣੇ ਬਣਿਆ ਹੋਇਆ ਆਏਗਾ, ਤੁਸੀਂ ਨਿਊਕਲੀਅਸ ਤੋਂ ਪਹਿਚਾਨ ਕਰਨੀ ਪਏਗੀ ਤੁਹਾਨੂੰ। ਹੁਣ ਅਗਰ ਨਿਊਕਲੀਅਸ ਤੁਹਾਨੂੰ ਕਿਡਨੀ ਸ਼ੇਪ ਦਿਖ ਰਿਹਾ ਇਹਦਾ ਮਤਲਬ ਮੋਨੋਸਾਈਟ। ਕਿਡਨੀ ਸ਼ੇਪ ਹੁਣ ਹੋਰ ਕਿਸੇ 'ਚ ਨਹੀਂ ਦਿਖੇਗਾ, ਸਮਝ ਆ ਗਿਆ। ਅਮੀਬੋਇਡ ਸ਼ੇਪ ਤੁਹਾਨੂੰ ਦੇਖਣੀ, ਅਮੀਬੋਇਡ ਮਤਲਬ ਬਦਲਦੀ ਰਹਿੰਦੀ ਹੈ ਜੋ ਸ਼ੇਪ, ਉਹਨੂੰ ਅਮੀਬੋਇਡ ਬੋਲਦੇ ਆ। ਠੀਕ ਹੈ, ਅੱਗੇ ਪੜੋ। ਅਮੀਬੋਇਡ ਸ਼ੇਪ मतलब ਐਵੇਂ ਹੀ ਅਮੀਬੋਇਡ ਸ਼ੇਪ ਇਸ ਲਈ ਬੋਲਦੇ ਆ ਕਿਉਂਕਿ ਅਮੀਬਾ ਇੱਕ ਐਸਾ ਆਰਗੈਨਿਜ਼ਮ ਹੈ ਜੋ ਲਗਾਤਾਰ ਆਪਣੀ ਸ਼ੇਪਸ ਨੂੰ ਕੰਟੀਨਿਊਸਲੀ ਬਦਲਦਾ ਰਹਿੰਦਾ ਹੈ। ਤਾਂ ਇਹ ਵੀ ਇੱਕ ਐਸਾ ਸੈੱਲ ਹੈ ਜਿਹੜਾ ਕੰਮ ਦੇ ਅਕੋਰਡਿੰਗਲੀ ਆਪਣੀ ਸ਼ੇਪ ਚੇਂਜ ਕਰ ਲੈਂਦਾ ਹੈ। ਆ ਗਿਆ ਸਮਝ? ਹੁਣ ਅੱਗੇ ਪੜੋ। ਇਹ ਮਾਰਕ ਕੀਤਾ ਨਾ ਤੁਸੀਂ ਉਹਦੀ ਸ਼ੇਪ ਕੈਸੀ ਆ ਔਰ ਨਿਊਕਲੀਅਸ ਕੈਸਾ ਹੈ, ਜੋ ਮੈਂ ਮਾਰਕ ਕਰਵਾ ਰਿਹਾ ਸਿਰਫ ਉਹੀ ਚੀਜ਼ਾਂ ਤੁਸੀਂ ਲਰਨ ਕਰਨੀਆਂ ਨੇ। ਅੱਗੇ ਪੜੋ। ਬਣਦਾ ਕਿੱਥੇ ਹੈ? ਬੋਨ ਮੈਰੋ, ਇਹ ਵੀ ਮਾਰਕ ਕਰੋ। ਫਿਰ ਅੱਗੇ ਜੋ 2-3 ਲਾਈਨਾਂ ਨੇ ਨਾ ਉਹਦੇ ਨਾ ਸਾਹਮਣੇ ਹਲਕਾ ਜਿਹਾ ਲਿਖ ਲਓ ਫੰਕਸ਼ਨ, ਇਧਰੋਂ ਦੀ ਦੇ ਹੈਲਪ ਇਨ, ਉਹਦੇ ਸਾਹਮਣੇ ਲਿਖ ਲਓ ਫੰਕਸ਼ਨ। ਇਹ ਫੰਕਸ਼ਨ ਕੀ ਕਰਦੇ ਨੇ? ਹਿਮਾਂਸ਼ ਤੂੰ ਤਾਂ ਬਿਲਕੁਲ ਨਹੀਂ ਲਿਖਦਾ ਹੈਗਾ। ਠੀਕ ਹੈ, ਤੂੰ ਵੀਡੀਓ ਤੋਂ ਦੇਖ ਕੇ ਨੋਟ ਕਰ ਲਈ, ਘਰ ਜਾ ਕੇ ਰਿਵਾਈਜ਼ ਕਰਕੇ ਦੇਖ। ਇੱਕ ਤਾਂ ਇਹਨਾਂ ਦੀ ਸ਼ੇਪ ਅਮੀਬੋਇਡ ਹੈ, ਇਹਨਾਂ ਦਾ ਜਿਹੜਾ ਨਿਊਕਲੀਅਸ ਹੈ ਉਹ ਕਿਡਨੀ ਸ਼ੇਪਡ ਹੈ। ਕੰਮ ਕੀ ਕਰਦੇ ਆ ਇਹ ਹੁਣ ਆਪਾਂ ਪੜਨ ਲੱਗੇ ਹਾਂ। ਅੱਛਾ, ਇਹ ਤਾਂ ਬੋਲਿਆ ਨਹੀਂ, ਇਹ ਬਣਦੇ ਕਿੱਥੇ ਨੇ, ਇਹਨਾਂ ਦੀ ਪ੍ਰੋਡਕਸ਼ਨ ਕਿੱਥੇ ਹੁੰਦੀ ਹੈ? ਸਿਰਫ ਬੋਨ ਮੈਰੋ ਦੇ ਅੰਦਰ। ਚਲੋ ਅੱਗੇ ਪੜੋ। They help in engulfing the foreign particles as well as worn out tissues of the body. Phagocytosis. Phago मतलब पता है ना ਤੁਹਾਨੂੰ? Phagocytosis मतलब कोई भी foreign body अगर अंदर आई ਤਾਂ ਇਹਨੂੰ ਖਾ ਜਾਏਗਾ। ਠੀਕ ਹੈ, ਤਾਂ ਹੀ ਇਹਨੂੰ ਕੀ ਬੋਲਦੇ ਆ? ਇਹ ਫੈਗੋਸਾਈਟਸਿਸ ਦਾ ਫੰਕਸ਼ਨ ਕਰਦੇ ਆ। ਇਹਦੇ ਸਾਹਮਣੇ ਨਾ ਛੋਟਾ ਛੋਟਾ ਲਿਖ ਲਓ, ਇਹ ਫੰਕਸ਼ਨ ਹੈ, ਇਹ ਉਹਦੀ ਸ਼ੇਪ ਹੈ, ਇਹ ਉਹਦਾ ਨਿਊਕਲੀਅਸ ਦਾ ਸ਼ੇਪ ਹੈ, ਇਹ ਬਣਦਾ ਇਸ ਜਗ੍ਹਾ ਤੇ ਹੈ। ਠੀਕ ਹੈ, ਦੇਖੋ ਇਹ ਮੈਂ ਤੁਹਾਨੂੰ 3 ਕੁਐਸਚਨ ਮਾਰਕ ਕਰਵਾਤੇ ਪੇਪਰ 'ਚ। ਇਹਨਾਂ ਤਿੰਨਾਂ 'ਚੋਂ ਕੋਈ ਇੱਕ ਪੁੱਛਿਆ ਜਾਏਗਾ ਸਿਰਫ, ਮਤਲਬ ਉਹਨਾਂ ਨੇ ਤੁਹਾਡੇ ਕੋਲ ਇਹ ਪੁੱਛ ਲੈਣੀ ਹੈ। ਹੁਣ ਐਗਜ਼ਾਮੀਨਰ ਦੀ ਮਰਜ਼ੀ ਹੈ, ਉਹ ਪੁੱਛਣਗੇ ਇਹ ਮੈਂ ਜਿਹੜੀ ਸ਼ੇਪ ਬਣਾਈ ਹੈ ਦੱਸੋ ਜੀ ਇਹ ਕਿਸ ਕੌन सा सेल है। ठीक है, ये फंक्शन क्या परफॉर्म करता है, ऐसा पूछ सकते हैं। बनता किधर है ये पूछ सकते हैं। क्लियर है? तो पहचान करनी सिर्फ और सिर्फ पता कितों पता लगेगी? बाहरले स्ट्रक्चर तो नहीं पता लगनी, इहदे न्यूक्लियस नूं देख के पता लगेगी। इहदा न्यूक्लियस किडनी शेप्ड है, दिख गया होगा तुहानूं न्यूक्लियस उहदा। चलो हुण लिम्फोसाइट्स पढ़ो। दे आर द साइज ऑफ RBC, दे आर फाउंड, दे आर राउंड इन शेप। वो देखो अमीबॉइड सीगे, ये राउंड इन शेप ने। दे हैव अ वेरी लार्ज न्यूक्लियस फिल द होल सेल। अगर तुसी देखोगे इन्हां दे न्यूक्लियस नूं, अगर तू हिमांश देखदा इन्हां दा न्यूक्लियस पूरे सैल नूं ही ऑक्यूपाई करके बैठा होया। उन्हां दा न्यूक्लियस मोनोसाइट दा न्यूक्लियस कैसा सी? किडनी शेप दा सी। फर्क पता लगना शुरू हो गया ना हुणे तो। उन्हां दा किडनी शेप, इन्हां दा पूरे सैल नूं ऑक्यूपाई करके बैठे होए। अगे पढ़ो। दे आर 20 to 23% ऑफ द टोटल ल्यूकोसाइट्स। ऐसी चीज़ां नहीं याद करनियां। फाउंड इन, हाँ ये पढ़ो, फाउंड इन स्प्लीन एंड टॉन्सिल्स। दे आर नॉट फैगोसाइटिक, मतलब ये देख तरुण, इन्हां ने कोई फॉरेन बॉडी नूं इनगल्फ नहीं करना। WBC दे होने के बावजूद भी ये फॉरेन बॉडीज नूं इनगल्फ नहीं करते। फिर करते क्या ने ये देखो, दे प्रोवाइड एंटीबॉडीज टू प्रोवाइड इम्यूनिटी अगेंस्ट द स्पेसिफिक डिसीज। ये एंटीबॉडीज नूं बनाते हैं। मतलब एंटीबॉडीज पता तुहानूं की हुंदे ने? एंटीबॉडीज, हाँ तुसी दसो पहला। चल दिव्यम तो शुरू करते हैं। किसी में जैसे कोई बीमारी है उसकी दवा हो अपनी बॉडी का। हाँ, मतलब जिवें आपां कंप्यूटर ਜਾਂ मोबाइल लेने ਉਹਦੇ 'ਚ एंटीवायरस ਪਵਾਉਂਦੇ ਆ ਵਾਇਰਸ ਨਾਲ फाइट ਕਰਨ ਲਈ। ਐਵੇਂ ਕੋਈ ਫੋਰਨ ਬੋਡੀ ਨਾਲ फाइट ਕਰਨ ਲਈ ਜਿਹੜੀ ਚੀਜ਼ ਹੁੰਦੀ ਆ ਆਪਣੀ ਬੋਡੀ ਦੇ ਅੰਦਰ, ਉਹਨੂੰ ਐਂਟੀਬਾਡੀਜ਼ ਕਹਿੰਦੇ ਆ। ਐਂਟੀਬਾਡੀ ਦੀ ਪ੍ਰੋਡਕਸ਼ਨ ਇਹ ਕਰਦੇ ਨੇ ਤਾਂ ਕਿ ਇਮਿਊਨਿਟੀ ਪ੍ਰੋਵਾਈਡ ਕਰਵਾ ਸਕਣ। ਦੋਨੋਂ ਸਮਝ ਆਏ? ਮੋਨੋਸਾਈਟ ਐਂਡ ਲਿਊਕੋਸਾਈਟ, ਲਿੰਫੋਸਾਈਟ ਸੱਚ। ਹੁਣ ਤੁਸੀਂ ਗ੍ਰੈਨੂਲਰ ਦੀ ਇੱਕ ਵਾਰ ਰੀਡਿੰਗ ਕਰੋ, ਫਿਰ ਮੈਂ ਤੁਹਾਨੂੰ ਉਹ ਸਮਝਾਉਂਦਾ। ਹੁਣ ਆਪਾਂ ਪੜਾਂਗੇ ਅੱਗੇ ਗ੍ਰੈਨੂਲਰ।
ਗ੍ਰੈਨੂਲਰ ਲਿਊਕੋਸਾਈਟਸ ਹੁਣ ਨਾਮ ਤੋਂ ਹੀ ਪਤਾ ਲੱਗ ਰਿਹਾ ਇਹਨਾਂ ਦੇ ਸਾइटोप्लाज्म ਦੇ ਅੰਦਰ ਗ੍ਰੈਨੂਲਸ ਪ੍ਰੈਜ਼ੈਂਟ ਹੋਣਗੇ, ਇਹ ਗ੍ਰੈਨੂਲਰ ਨਹੀਂ ਹੋਣਗੇ। ਸਮਝ ਆਇਆ? ਚਲੋ ਪੜ੍ਹਦੇ ਹਾਂ ਹੁਣ ਅੱਗੇ। ਦੇ ਆਰ ਪ੍ਰੋਡਿਊਸਡ ਇਨ ਦਾ ਰੈੱਡ ਬੋਨ ਮੈਰੋ। ਉਹ ਕਿੱਥੇ ਬਣਦੇ ਸੀ? ਉਹ ਬੋਨ ਮੈਰੋ 'ਚ ਬਣੇ ਸੀਗੇ। ਬੋਨ ਮੈਰੋ ਦੋ ਟਾਈਪ ਦੇ, ਇੱਕ ਸਿੰਪਲ ਬੋਨ ਮੈਰੋ ਹੈ, ਇੱਕ ਰੈੱਡ ਬੋਨ ਮੈਰੋ ਹੈ। ਇਹ ਵਾਲਾ ਜਿਹੜਾ ਗ੍ਰੈਨੂਲਰ ਲਿਊਕੋਸਾਈਟਸ ਨੇ ਰੈੱਡ ਬੋਨ ਮੈਰੋ ਦੇ ਅੰਦਰ ਬਣ ਰਹੇ ਨੇ। हाँ, रेड बोन मैरो भी लॉन्ग बोन्स के अंदर ही प्रेजेंट होता है। देखो, देयर न्यूक्लियस इज यूजली कंस्ट्रिक्टेड इनटू लॉब्स डिपेंडिंग अपॉन द केमिकल नेचर। दे आर क्लासिफाइड इनटू 3 टाइप्स। मत उन्होंने कीता सी 2 टाइप्स के अंदर डिवाइड, मोनो एंड लिम्फो, है ना। इनू कर रहे हैं 3 टाइप के अंदर डिवाइड। पहली टाइप हैगी इन्हां दी एसिडोफिल्स। मैं एसिड लिख रहा तुहानूं समझाने लई कुछ। बेसोफिल्स मैं बेस लिख रहा हूं। न्यूट्रोफिल्स न्यूट्रल लिख रहा मैं। हुण देखो जरा, पहला एसिडोफिल्स। मैं जेड़ी चीज कहांगा ना मार्क करनी है, सिर्फ वही मार्क करना, अगे पीछे ना मार्किंग लगाना। चलो, दे फॉर्म 1 to 2% ऑफ द टोटल ल्यूकोसाइट्स। देयर साइटोप्लाज्म इज अल्कलाइन। ये देखो जरा, है एसिडोफिल, मैं एसिड लिखा ना। इन्हां दा जो साइटोप्लाज्म है वो क्या है? अल्कलाइन है। ਜਿਹੜੀ ਚੀਜ਼ ਅਲਕਲਾਈਨ ਹੈ ਉਹਨੂੰ ਐਸਿਡਿਕ ਮੀਡੀਅਮ ਦੇ ਨਾਲ ਚੈੱਕ ਕੀਤਾ ਜਾਂਦਾ ਹੈ। ਜਿਹੜੀ ਚੀਜ਼ ਅਲਕਲਾਈਨ ਹੋਏਗੀ ਉਹਨੂੰ ਅਸੀਂ ਐਸਿਡਿਕ ਮੀਡੀਅਮ ਦੇ ਨਾਲ ਚੈੱਕ ਕਰਾਂਗੇ। ਹੁਣ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਇੱਧਰ ਦੇਖ ਸ਼ਕਤੀਮਾਨ। ਐਸਿਡੋਫਿਲਸ ਦੇ ਅੰਦਰ ਜੋ ਤੂੰ ਸਾਈਟੋਪਲਾਜ਼ਮ ਦੇਖੇਗਾ, ਸਾਈਟੋਪਲਾਜ਼ਮ ਇੱਥੇ ਲਿਕੁਇਡ ਹੁੰਦਾ ਹੈ ਨਾ, ਉਹਨਾਂ ਦਾ ਸਾਈਟੋਪਲਾਜ਼ਮ ਅਲਕਲਾਈਨ ਰਹੇਗਾ। ਅਲਕਲਾਈਨ ਹੈ ਤਾਂ ਹੀ ਉਹਨੂੰ ਐਸਿਡ ਦੇ ਨਾਲ ਚੈੱਕ ਕਰਾਂਗੇ, ਤਾਂ ਹੀ ਇਹਦਾ ਨਾਮ ਕੀ ਹੈ? ਐਸਿਡੋਫਿਲਸ। ਜਿਹੜੇ ਬੈਸੋਫਿਲਸ ਆਣਗੇ ਉਹਨਾਂ ਦਾ ਜਿਹੜਾ ਸਾਈਟੋਪਲਾਜ਼ਮ ਹੋਏਗਾ ਉਹ ਐਸਿਡਿਕ ਹੋਏਗਾ, ਉਹਨੂੰ ਬੇਸ ਦੇ ਨਾਲ ਚੈੱਕ ਕਰਾਂਗੇ, ਤਾਂ ਹੀ ਉਹ ਬੈਸੋਫਿਲਸ ਹੈ। ਨਿਊਟ੍ਰੋਫਿਲਸ ਦਾ ਨਾਮ ਤੋਂ ਹੀ ਸਮਝ ਆ ਗਿਆ, ਉਹਨਾਂ ਦੇ ਅੰਦਰ ਕੋਈ ਐਸਿਡ ਬੇਸ ਨਹੀਂ ਹੈਗਾ। ਠੀਕ ਹੈ, ਚਲੋ ਪੜੋ। ਜੋ ਮੈਂ ਦੱਸਿਆ ਵੈਸੇ ਕਲੀਅਰ ਹੋਇਆ ਨਾ, ਹੁਣ ਇਹਨੂੰ ਹੀ ਰੀਡਿੰਗ ਕਰਕੇ ਕਰਾਂਗੇ। ਐਸਿਡੋਫਿਲਸ, they form 1 to 2% of the leukocytes. Their cytoplasm is alkaline in nature. Acidophils is bilobed nucleus. देखो bilobed किवें दा है? अटैच। मैं एक मिनट दिखा रहा है, देख एवें दा। देख इन्हां दे न्यूक्लियस दी पहचान बाइलोब्ड। यही चीज दा याद करनी है इस टॉपिक दे अंदर। ਹੁਣ तक किन्नी तरह के न्यूक्लियस पढ़ ले? किडनी शेप्ड, एक पूरा ही कवर होया पिया सीगा। ठीक है, वो केड़ा सीगा? लिम्फोसाइट दा। किडनी शेप कीदा सीगा? मोनोसाइट दा। हुण असीं पढ़ना शुरू कीता बाइलोब्ड। बाइलोब्ड कीदा हुंदा है? एसिडोफिल्स दा। ए ग्रैनुलर दे विचों की ग्रैनुलर दे विचों? हाँ, ये याद रखा करो। ठीक है, ग्रैनुलर दे विचों जो एसिडोफिल्स ने उन्हां दा न्यूक्लियस बाइलोब्ड है। क्लियर? आगे पढ़ते हैं। सर एक हाँ, पूछो। ग्रैनुलर ਦੇ ग्रैनुलर मोनोसाइट ਦੀ ਜਿਹੜੀ ਡਾਇਗਰਾਮ ਹੈ ਇਹਦੇ ਵਿੱਚ ਦੇਖੋ ਸਾਈਟੋਪਲਾਜ਼ਮ ਦੇ ਵਿੱਚ ਗ੍ਰੈਨੂਲਸ ਜੇ ਹੈਗੇ ਆ, ਉਹ ਕਿਸੇ ਹੋਰ ਚੀਜ਼ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਡਾਇਗਰਾਮ ਤੇ ਨਾ ਜਾ, ਜੋ ਪੈਰਾਗ੍ਰਾਫ 'ਚ ਦੱਸਿਆ ਹੋਇਆ ਉਹਨੂੰ ਪੜ੍ਹ। एंडोप्लाज्मिक एंडोप्लाज्मिक जिसमें कोई होर चीज प्रेजेंट होएगी, वो ग्रैनुअल्स नहीं हैगी। देखो, देयर फंक्शन इज टू इनगल्फ द बैक्टीरिया, सिक्रीट एंटीटॉक्सिन्स एंड एसोसिएटेड विद एलर्जी। देखो ध्यान नाल समझो, एसोसिएटेड विद एलर्जी का ध्यान नाल मीनिंग समझना। पहले उपरले चीज़ों को अंडरलाइन कर लो, मार्क कर लो। देयर फंक्शन इज टू इनगल्फ बैक्टीरिया, मतलब फैगोसाइटोसिस कर सकते हैं ये भी। सिक्रीट एंटीटॉक्सिन्स एंड एसोसिएटेड विद द एलर्जी, मतलब एंटीटॉक्सिन्स नू सिक्रीट करते हैं। एंटीटॉक्सिन्स की होंदे ने? कोई तुहाडी बॉडी दे अंदर कोई टॉक्सिन्स आ गए, एंटीटॉक्सिन्स की मदद दे नाल वो टॉक्सिन्स बिल्कुल क्लीयर हो जाएंगे। एंड एसोसिएटेड विद द एलर्जी, ये मतलब की है? देखो बहुत ध्यान नाल सुनना। अगर बॉडी दे अंदर कोई माइक्रो ऑर्गेनिज्म आ गया, सपोज कर लो आ चुके हैं, तो ये उन्होंने ना तो खा पाया तो ना ही हरा पाया, तो जिहड़ी उस जगह ते एलर्जी होएगी वो एलर्जी किन्हां दे कारण होएगी? इन्हां दे कारण, एसिडोफिल्स दे कारण। ये उत्थे सारे मर चुके ने, ये सारे। समझ आए? एलर्जी मतलब ये एलर्जी लिए रिस्पोंसिबल है। सर अगर
मतलब नहीं कर पाते। अगर एक कर ਦਿੰਦੇ अगर अपना सारा काम ਤਾਂ ਐਲਰਜੀ ਹੋਣੀ ਨਹੀਂ ਸੀ, ਤੁਹਾਨੂੰ ਪਤਾ ਹੀ ਨਾ ਲੱਗਦਾ ਵੀ ਸਾਡੀ ਬਾਡੀ ਦੇ ਅੰਦਰ ਕੋਈ ਹਾਰਮ ਐਂਟੀਬਾਡੀ ਆਈ, ਐਂਟੀਬਾਡੀ ਬੋਲ ਗਿਆ, ਕੋਈ ਫੋਰਨ ਬਾਡੀ ਆਈ ਵੀ ਸੀ ਕਿ ਨਹੀਂ ਆਈ ਸੀ। ਹੁਣ ਇਸ ਵਕਤ ਤੁਹਾਡੀ ਬਾਡੀ ਦੇ ਉੱਪਰ ਕੋਈ ਵੀ ਐਲਰਜੀ ਨਹੀਂ ਹੈ, ਤੁਸੀਂ ਬਿਲਕੁਲ ਫਿੱਟ ਬੈਠੇ ਹੋ, ਤਾਂ ਇਸ ਵਕਤ ਤੁਹਾਨੂੰ ਕੀ ਲੱਗਦਾ ਵੀ ਕੋਈ ਬੈਕਟੀਰੀਆ ਅੰਦਰ ਜਾ ਨਹੀਂ ਰਿਹਾ ਹੋਏਗਾ? ਬਹੁਤ ਬੈਕਟੀਰੀਆ ਅੰਦਰ ਜਾ ਰਹੇ ਨੇ, ਬਹੁਤ ਮਾਈਕਰੋ ਆਰਗੈਨਿਜ਼ਮ ਅੰਦਰ ਜਾ ਰਹੇ ਨੇ, ਲੇਕਿਨ ਇਹ ਸਾਰੇ ਅੰਦਰ ਜਾ ਕੇ ਫੈਗੋਸਾਈਟਸਿਸ ਹੋ ਰਹੇ ਨੇ। ਸਾਰੇ ਐਂਟੀਬਾਡੀਜ਼ ਤੁਹਾਡੀ ਬਾਡੀ ਦੇ ਅੰਦਰ, ਮੇਰੀ ਬਾਡੀ ਦੇ ਅੰਦਰ ਬਹੁਤ ਸਾਰੀਆਂ ਐਂਟੀਬਾਡੀਜ਼ ਨੇ ਜਿਹੜੀਆਂ ਉਹਨਾਂ ਨਾਲ ਫਾਈਟ ਕਰਕੇ ਉਹਨਾਂ ਨੂੰ ਮਾਰ ਦਿੰਦੀਆਂ ਨੇ ਔਰ ਖਾ ਵੀ ਲੈਂਦੀਆਂ ਨੇ। ਅਗਰ ਨਾ ਖਾ ਪਾਣ ਆਏਗਾ ਅੱਗੇ, ਇਹ ਦੇਖੋ ਤੁਸੀਂ ਆਹ ਵਾਲੀ ਪਿਕਚਰ ਜਰਾ ਦੇਖੋ, ਜਦੋਂ ਮੈਂ ਇੱਥੇ ਪਹੁੰਚਾਂਗਾ ਨਾ ਤਾਂ ਮੈਂ ਤੁਹਾਨੂੰ ਸਮਝਾਵਾਂਗਾ ਅਗਰ ਇਹ ਨਾ ਖਾ ਪਾਣ ਤਾਂ ਕੀ ਹੁੰਦਾ। ਸਮਝ ਆਇਆ? ਇਟ ਇਜ਼ ਐਸੋਸੀਏਟਿਡ ਵਿਦ ਐਲਰਜੀ ਵਾਲਾ ਟੌਪਿਕ ਕਲੀਅਰ ਹੈ? मतलब अगर ये अपना काम ना कर पाया, अगर ये अपना काम ना कर पाया तो उस पर्टिकुलर पार्ट ते की हो जाएगी, तो एलर्जी हो जाएगी। क्लियर है? ये अल्कलाइन होने के बाद में एंटीटॉक्सिन बनाते हैं। एंटीटॉक्सिन्स बनाते हैं, एसिड थोड़ी ना बनाते हैं। एंटीटॉक्सिन्स मतलब जहर नूं खत्म करन दा समान। चलो हुण बेसोफिल्स, बेसोफिल्स नाम तो पता लग गया ना, तुहानूं सिखाया सीगा। अगर देखो बेस लिखिया होया है ਤਾਂ ਇਹਨਾਂ ਦਾ ਜਿਹੜਾ ਉਹ ਹੈ ਸਾਈਟੋਪਲਾਜ਼ਮ, ਉਹ ਕਿਹੜੇ ਨੇਚਰ ਦਾ ਹੋਏਗਾ? ਐਸਿਡਿਕ ਨੇਚਰ ਦਾ। ਯਾਦ ਹੈ ਸਾਰਾ? ਚਲੋ ਅੱਗੇ ਪੜੋ ਫਿਰ। ਹੈਂਸ ਦੇ ਟੇਕ ਦਾ ਬੇਸਿਕ ਸਟ੍ਰੇਨਸ, देयर ਨਿਊਕਲੀਅਸ ਇਜ਼ 3 ਲੋਬਡ। ਆ ਦੇਖੋ ਇੱਕ ਲੋਬ ਇੱਥੇ ਹੋਰ ਬਣਾ ਦੇਣਾ ਮੈਂ। ਸਰ ਬੇਸਿਕ ਸਟ੍ਰੇਨਸ ਮਤਲਬ? ਬੇਸਿਕ ਸਟ੍ਰੇਨਸ ਦਾ ਮਤਲਬ ਹੁੰਦਾ ਹੈ ਇਹਨਾਂ ਨੂੰ ਅਗਰ ਤੁਸੀਂ ਚੈੱਕ ਕਰਨਾ ਹੈ, मतलब ਇਹਨਾਂ ਨੂੰ ਚੈੱਕ ਕਰਨਾ ਹੈ ਤਾਂ ਐਸਿਡਿਕ ਮੀਡੀਅਮ ਦੇ ਨਾਲ ਚੈੱਕ ਕਰਾਂਗੇ, ਉਹਨਾਂ ਨੂੰ ਬੇਸਿਕ ਸਟ੍ਰੇਨਸ ਬੋਲਦੇ ਨੇ। ਦੇ ਆਰ ਪ੍ਰੋਡਿਊਸਡ ਇਨ ਅ 3 ਲੋਬਡ। ਸਮਝ ਆ ਗਿਆ? ਮੇਨ ਚੀਜ਼ ਹੈ। चेक करना तो बेस से करेंगे। ਤਾਂ ਫਿਰ ਸਰ ਐਸਿਡ ਦੇ ਨਾਲ ਕਰਾਂਗੇ, ਉਹਨਾਂ ਨੂੰ ਬੇਸਿਕ ਸਟ੍ਰੇਨ ਬੋਲਦੇ ਆ। ਜਿਨ੍ਹਾਂ ਨੂੰ ਬੇਸਿਕ ਵਾਲੀਆਂ ਚੀਜ਼ਾਂ ਨੂੰ ਚੈੱਕ ਕਰਨਾ ਹੁੰਦਾ ਹੈ ਨਾ, ਉਹਨਾਂ ਨੂੰ ਬੇਸਿਕ ਸਟ੍ਰੇਨਸ ਬੋਲਦੇ ਆ। ਸਟ੍ਰੇਨਸ ਮਤਲਬ ਚੈੱਕ ਕਰਨ ਵਾਲਾ ਮਟੀਰੀਅਲ। ਠੀਕ ਹੈ? ਤੇ ਸਰ ਐਸਿਡੋਫਿਲਸ ਨੂੰ ਅਸੀਂ ਐਸਿਡੋਫ, ਹਾਂ ਉਹ ਉੱਥੇ ਐਸਿਡਿਕ ਸਟ੍ਰੇਨਸ ਬੋਲ ਸਕਦੇ ਹੋ, ਉੱਥੇ ਲਿਖਿਆ ਨਹੀਂ ਇਹਨਾਂ ਨੇ, ਪਰ ਤੁਸੀਂ ਉਹ ਚੀਜ਼ ਤੇ ਉੱਪਰ ਨਾ ਜਾਓ। ਤੁਸੀਂ ਬਸ ਯਾਦ ਕਰਨਾ ਹੈ ਕਿ ਉਹ ਯਾਦ ਨਹੀਂ ਕਰਨਾ, ਮਤਲਬ ਕੀ ਧਿਆਨ ਰੱਖਣਾ ਹੈ। ਅਗਰ ਐਸਿਡੋਫਿਲ ਹੈ, ਅਗਰ ਐਸਿਡੋਫਿਲ ਹੈ ਤਾਂ ਇਹਨਾਂ ਦਾ ਜਿਹੜਾ ਸਾਈਟੋਪਲਾਜ਼ਮ ਹੋਏਗਾ ਉਹ ਐਲਕਲਾਈਨ ਹੋਏਗਾ। ਅਗਰ ਬੈਸੋਫਿਲ ਹੈ ਤਾਂ ਇਹਨਾਂ ਦਾ ਜੋ ਸਾਈਟੋਪਲਾਜ਼ਮ ਹੋਏਗਾ ਉਹ ਐਸਿਡਿਕ ਹੋਏਗਾ। ਨਿਊਟ੍ਰੋਫਿਲ ਜਦੋਂ ਆਪਾਂ ਪੜਾਂਗੇ ਨਾ ਐਸਿਡ ਨਾ ਬੇਸ। ਠੀਕ ਹੈ? ਉਹ ਸਟ੍ਰੇਨਸ ਜੋ ਬੋਲ ਰਹੇ ਨੇ ਉਹ ਤਾਂ ਚੈੱਕ ਕਰਨ ਦੇ ਮਟੀਰੀਅਲਸ ਨੂੰ ਬੋਲ ਰਹੇ ਨੇ, ਉੱਥੇ ਉਹਦੇ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ। ਅੱਛਾ, ਇਹਨਾਂ ਦਾ ਨਿਊਕਲੀਅਸ ਕਿੰਨੇ ਲੋਬਡ ਹੈ? 3 ਲੋਬਡ। ਇਹ ਬਣਦੇ ਕਿੱਥੇ ਨੇ? ਦੇ ਆਰ ਪ੍ਰੋਡਿਊਸਡ ਇਨ ਦਾ ਬੋਨ ਮੈਰੋ। ਦੇ ਰਿਲੀਜ਼ ਕੈਮੀਕਲਸ ਕਾਲਡ ਹਿਸਟਾਮਾਈਨ ਫॉर ਦਾ ਇਨਫਲੇਮੇਸ਼ਨ ਐਂਡ ਡਾਇਲੇਟ ਦਾ ਬਲੱਡ ਵੈਸਲਸ। ਹੁਣ ਇਹ ਦੋਨੋਂ ਚੀਜ਼ਾਂ ਨੂੰ ਧਿਆਨ ਨਾਲ ਸਮਝ ਲਓ, ਹਿਸਟਾਮਾਈਨ ਐਂਡ ਇਨਫਲੇਮੇਸ਼ਨ। ਬਹੁਤ ਧਿਆਨ ਨਾਲ ਸਮਝਣਾ ਹੈ ਕੀ ਚੀਜ਼ ਹੁੰਦੀ ਹੈ। देख हिमांश, हिस्टामाइन ਤਾਂ ਇੱਕ ਕੈਮੀਕਲ ਦਾ ਨਾਮ ਹੈ। ਇਨਫਲੇਮੇਸ਼ਨ ਕੀ ਹੈ? देख शक्तिमान, थोड़ा ध्यान नाल सुनी, चल बंद कर, इधर सामने देख ध्यान नाल। इन्फ्लामेशन की होता है? जिस जगह ते माइक्रोब अंदर अच्छा मैनू मैं बहुत आसान आ गई मैनू एक एग्जाम्पल। जदों मच्छर कटदा है तो मच्छर कटदा उत्थे थोड़ा जा छोटा जा स्वैल हो जाता, उत्थे खारिश होंदी है, तो हो सकता है भी तुहानू थोड़ी जी पेन भी हो रही होए, छोटी बारीक जी पेन हो रही होएगी। जिथे मच्छर कट के गया छोटा जा एरिया रेड स्वैल ते पेन, रेड स्वैल और पेन तीन चीज़ों को इकट्ठे मिला के बोलते हैं इन्फ्लामेशन। बॉडी दसदी है इस जगह ते प्रॉब्लम आ चुकी है, बॉडी ना दसेगी तुहानू इस जगह ते कोई प्रॉब्लम है, तुहानू हल करना चाहिए, मेरे तो नहीं हो रहा। बॉडी तो अगर हुंदा तो तुहानू दसदी ना, वो तुहानू दस रही है इन्फ्लामेशन करवा के भी ये देखो इस जगह ते कुछ ना कुछ आया है जो मेरे तो सोल्व नहीं हो पा रहा, तुहानू करना पएगा। जो इन्फ्लामेशन इंक्रीज होंदी गई फिर तुहानू एक्स्ट्रा मेडिसिन, मच्छर दा कट्टिया होया तो चलो अपने आप ठीक हो जाता है, लेकिन इन्फ्लामेशन वो करवा दिंदी है नाल दी नाल, भी वो दस दिंदी है बॉडी इस जगह ते कुछ ना कुछ माइक्रो ऑर्गेनिज्म एंटर करया सी। मलेरिया पता ना किवें हुंदा है, हुण मतलब जिहड़ा तुहानू मच्छर कट के गया है उहदे अंदर नहीं सी ऐसा कोई माइक्रो ऑर्गेनिज्म जिहदे कारण तुहानू मलेरिया होए। जरूरी थोड़ा भी हमेशा ही फीमेल एनोफिलीज मॉस्कीटो ही कट के जाएगा,
ਕਿੰਨੀ ਤਰ੍ਹਾਂ ਦੇ ਮੱਛਰ ਘੁੰਮ ਰਹੇ ਹੁੰਦੇ ਨੇ। ਹਮੇਸ਼ਾ ਡੇਂਗੂ ਵਾਲੀ ਮੱਛਰ ਹੀ ਥੋੜੀ ਨਾ ਆਏਗੀ, ਹੋਰ ਮੱਛਰ ਵੀ ਹੁੰਦੇ ਆ। ਹਰ ਮੱਛਰ ਮਲੇਰੀਆ ਡੇਂਗੂ ਫੈਲਾਉਣ ਨੂੰ ਹੀ ਥੋੜੀ ਫਿਰ ਰਿਹਾ। ਤਾਂ ਲੇਕਿਨ ਬਾਡੀ ਨੂੰ ਕੀ ਪਤਾ, ਬਾਡੀ ਤਾਂ ਉਸ ਨਾਰਮਲ ਕੱਟੇ ਹੋਏ ਮੱਛਰ ਨੂੰ ਵੀ ਮਾਈਕਰੋਬ ਹੀ ਸਮਝ ਲੇਗੀ। ਸਮਝਿਆ ਮਾਈਕਰੋ? ਫਿਰ ਉਸ ਜਗ੍ਹਾ ਤੇ ਹਿਸਟਾਮਾਈਨ ਨਾਮ ਦਾ ਇੱਕ ਕੈਮੀਕਲ ਰਿਲੀਜ਼ ਕਰ ਦੇਗੀ। ਉਹ ਹਿਸਟਾਮਾਈਨ ਨਾਮ ਦਾ ਕੈਮੀਕਲ ਕੀ ਕਰੇਗਾ, ਉਸ ਪਾਰਟਿਕੂਲਰ ਜਗ੍ਹਾ ਤੇ ਕਿਆ ਕਰਵਾ ਦੇਗਾ, ਇਨਫਲਾਮੇਸ਼ਨ ਕਰਵਾ ਦੇਗਾ। ਇਨਫਲਾਮੇਸ਼ਨ ਮੈਂ ਤੁਹਾਨੂੰ ਦੱਸਤਾ ਕੀ ਹੁੰਦੀ ਹੈ। ਤੁਸੀਂ ਕੀ ਜਲਨ ਜੁਲਨ ਨਹੀਂ ਹੈ, ਪੇਟ ਦੀ ਐਸਿਡਿਟੀ ਥੋੜੀ ਹੈ। ਦੇਖੋ ਇਨਫਲਾਮੇਸ਼ਨ, ਰੈਡਨੈਸ, ਸਵੈਲ ਐਂਡ ਪੇਨ ਐਟ ਦਾ ਲੋਕਲਾਈਜ਼ਡ ਪਾਰਟ। ਲੋਕਲਾਈਜ਼ਡ मतलब ਸਿਰਫ ਉਸ ਪਾਰਟਿਕੂਲਰ ਪੁਆਇੰਟ ਤੇ। ਠੀਕ ਹੈ, ਹੁਣ ਜਰਾ ਤੁਸੀਂ ਕੀ ਕਹਿੰਦੇ ਨਿਊਟ੍ਰੋਫਿਲਸ ਦੀ ਰੀਡਿੰਗ ਕਰੋ। ਹੁਣ ਦੇਖੋ ਨਿਊਟ੍ਰੋਫਿਲਸ, ਇਹ ਗ੍ਰੈਨੂਲਰ ਦਾ ਆਖਰੀ ਟਾਈਪ ਹੈ। These are about 70% of the total leukocytes. Its cytoplasm is neutral. ਠੀਕ ਹੈ ਨਾ। ਐਸਿਡੋਫਿਲ ਦਾ ਸਾਈਟੋਪਲਾਜ਼ਮ ਕੀ ਸੀਗਾ, ਅਲਕਲਾਈਨ। ਬੈਸੋਫਿਲਸ ਦਾ ਕੀ ਸੀਗਾ, ਐਸਿਡਿਕ। ਨਿਊਟ੍ਰੋਫਿਲ ਦਾ ਨਿਊਟਰਲ। 3 to 4 ਦੇਖੋ, ਐਸਿਡੋਫਿਲ ਦਾ ਸੀਗਾ ਬਾਈਲੋਬਡ, ਬੈਸੋਫਿਲ ਦਾ ਆਇਆ 3 ਲੋਬਡ ਤੇ ਨਿਊਟ੍ਰੋਫਿਲ ਦਾ ਆਏਗਾ 3 ਤੋਂ 4 ਲੋਬ। ਔਰ ਮਲਟੀ ਲੋਬ ਵੀ ਹੋ ਸਕਦਾ ਹੈ, ਜ਼ਿਆਦਾ ਲੋਬਸ ਵੀ ਆ ਸਕਦੀਆਂ ਨੇ, 4 ਤੋਂ ਵੀ ਜ਼ਿਆਦਾ ਹੋ ਸਕਦੀਆਂ ਨੇ। ਨਿਊਕਲੀਅਸ ਦੀ ਸ਼ੇਪ ਹੈ ਸਿਰਫ। They are phagocytosis and produced in the bone marrow. ਹੁਣ ਦੇਖੋ phagocytosis ਕਰਨ ਵਾਲਾ ਦੂਸਰਾ ਆ ਗਿਆ ਹੈ। ਇੱਕ phagocytosis ਕੌਣ ਕਰਦਾ ਸੀ, ਮੋਨੋਸਾਈਟ ਕਰਦੇ ਸੀਗੇ, ਉਹ A ਗ੍ਰੈਨੂਲਰ ਦੇ ਅੰਦਰ ਸੀਗਾ। A ਗ੍ਰੈਨੂਲਰ ਦੇ ਅੰਦਰ phagocytosis ਕਰਦੇ ਨੇ ਮੋਨੋਸਾਈਟਸ, ਔਰ ਗ੍ਰੈਨੂਲਰ ਦੇ ਅੰਦਰ phagocytosis ਕੌਣ ਕਰਦੇ ਨੇ, ਨਿਊਟ੍ਰੋਫਿਲਸ। ਹੁਣ ਆਪਾਂ ਥੋੜਾ ਜਿਹਾ ਫੰਕਸ਼ਨਸ ਵੱਲ ਚੱਲਦੇ ਹਾਂ। ਦੇਖੋ ਫੰਕਸ਼ਨਸ ਆਫ ਲਿਊਕੋਸਾਈਟਸ ਯਾਨੀ ਕਿ WBC ਦੇ ਕੀ ਫੰਕਸ਼ਨਸ ਨੇ। ਮੇਰੀ ਗੱਲ ਸੁਣੋ, ਇਹ ਤਾਂ ਇਹਨਾਂ ਨੇ ਨਾ ਬਸ ਟੌਪਿਕ ਇਨਕਰੀਜ਼ ਕਰਨ ਵਾਸਤੇ ਲਿਖਿਆ ਇਹ ਟੌਪਿਕ। ਜਿੰਨੇ ਵੀ ਵੈਸੇ ਫੰਕਸ਼ਨਸ ਹੋਣੇ ਸੀਗੇ ਆਪਾਂ ਸਾਰੇ ਫੰਕਸ਼ਨਸ ਪੜ੍ਹ ਚੁੱਕੇ ਹਾਂ ਇੱਕ ਵਾਰੀ ਕਰਕੇ। ਦੇਖੋ ਮੇਨ ਫੰਕਸ਼ਨ ਤਾਂ ਇਹਨਾਂ ਦਾ ਫੈਗੋਸਾਈਟਸਿਸ ਹੈ, ਫੋਰਨ ਬਾਡੀ ਨੂੰ ਖਾਣਾ, ਐਂਟੀਬਾਡੀਜ਼ ਬਣਾਉਣਾ ਜਿਹਦੇ ਨਾਲ ਤੁਹਾਨੂੰ ਇਮਿਊਨਿਟੀ ਮਿਲੇਗੀ। ਠੀਕ ਹੈ, ਐਲਰਜੀ ਨਾਲ ਰਿਲੇਟ ਕਰਨਾ, ਇਨਫਲਾਮੇਸ਼ਨ ਕਰਵਾਉਣਾ, ਐਂਟੀਟੌਕਸਿਨਸ ਦੇਣਾ। 5 ਫੰਕਸ਼ਨ ਨੇ। ਹੁਣ ਦੇਖਣਾ ਬੁੱਕ ਨੇ ਐਕਸਟਰਾ ਪੇਜ ਲਗਾਉਣ ਲਈ ਇਹੀ ਚੀਜ਼ਾਂ ਦੁਬਾਰਾ ਬੋਲਣੀਆਂ ਨੇ, ਬਸ ਕੁਝ ਨਵਾਂ ਨਹੀਂ ਬੋਲੇਗੀ। ਦੇਖਣਾ ਚਲੋ ਤੁਸੀਂ ਪਹਿਲਾਂ ਹੀ ਪੜੋ। ਦੇਖੋ ਪਹਿਲੇ ਤੇ ਹੀ ਉਹਨੇ ਚਮਕਾਤਾ ਨਾਮ ਫੈਗੋਸਾਈਟਸਿਸ। ਦੇਖੋ ਕਿਹੜੀ ਕਿਹੜੀ, ਜਿਵੇਂ ਸ਼ਕਤੀਮਾਨ ਕੀ ਕਰੇਗਾ, ਦੇਖ WBC ਦੇਖੋ solid substance such as bacteria, worn out tissue। ओए रहने दे, चल देख दिव्या मैं तदी बैठन नहीं दे रहा सी तेनू, जरा पढ़न दे। इधर भी बच्चे देख रहे ने ऑनलाइन, ना कर। देख solid substance जिवें कि बैक्टीरिया ਨੂੰ ਇਨਗਲਫ ਕਰਨਾ, ਇਹਨੂੰ ਆਪਾਂ ਕੀ ਬੋਲਦੇ ਆ, ਫੈਗੋਸਾਈਟਸਿਸ। ਨਿਊਟ੍ਰੋਫਿਲਸ ਐਂਡ ਮੋਨੋਸਾਈਟ ਇਨਗਲਫ ਪੈਥੋਜਨਸ। ਫੰਕਸ਼ਨਸ ਆਫ ਫੈਗੋਸਾਈਟਸਿਸ ਦੁਬਾਰਾ ਤੋਂ ਦੇਖੋ। ਇਨਗਲਫਿੰਗ ਆਫ ਪਾਰਟੀਕਲਸ ਲਾਈਕ ਸੋਲਿਡ ਸਬਸਟੈਂਸ ਸੱਚ ਐਸ ਬੈਕਟੀਰੀਆ, ਵੋਰਨ ਆਊਟ ਟਿਸ਼ੂ, ਇਹਨੂੰ ਆਪਾਂ ਕੀ ਬੋਲਦੇ ਆ, ਫੈਗੋਸਾਈਟਸਿਸ। ਪੜਿਆ ਹੋਇਆ ਨਾ ਪਹਿਲੇ, ਕੋਈ ਨਵਾਂ ਨਹੀਂ ਹੈ। ਨਿਊਟ੍ਰੋਫਿਲਸ, ਮੋਨੋਸਾਈਟਸ, ਇਨਗਲਫ ਪੈਥੋਜਨਸ, ਇਹ ਵੀ ਪੜਿਆ ਸੀਗਾ। ਮੈਂ ਹੁਣੇ ਆਖਰੀ ਲਾਈਨ ਦੇ ਵਿੱਚ ਇਹੀ ਬੋਲਿਆ ਸੀ ਵੀ ਫੈਗੋਸਾਈਟਸਿਸ ਕਰਨ ਵਾਲੇ 2 ਆ ਗਏ ਆਰਗੈਨਿਜ਼ਮ, ਇੱਕ ਮੋਨੋਸਾਈਟ ਤੇ ਇੱਕ ਨਿਊਟ੍ਰੋਫਿਲਸ। which may enter the body and protect us against the diseases. Leukocytes have a property to squeeze through the walls of capillaries, diapedesis, at the site of injury to fight with the pathogens. मेरी गल नूं ध्यान नाल सुनना। डाइपेडेसिस की हुंदा है? डाइपेडेसिस ਦਾ मतलब ਹੁੰਦਾ ਹੈ ਲਿਊਕੋਸਾਈਟਸ ਦੇ ਕੋਲ ਇੱਕ ਐਸੀ ਪ੍ਰੋਪਰਟੀ ਹੈ ਜੋ ਆਪਣੀ, ਮੇਰੀ ਗੱਲ ਧਿਆਨ ਨਾਲ ਸੁਣਨਾ। ਦੇਖੋ ਇੱਕ ਮੰਨ ਲਓ ਵੀ ਫੀਲਿੰਗ ਨੂੰ ਸਮਝਣਾ ਪੂਰਾ ਧਿਆਨ ਨਾਲ। ਇੱਕ ਜਗ੍ਹਾ ਹੈਗੀ ਹੈ, ਇਸ ਜਗ੍ਹਾ ਤੇ ਕੋਈ ਇੰਜਰੀ ਹੋਈ ਹੈ, ਆ ਗਿਆ। ਬਲੱਡ ਕੈਪਿਲਰੀਜ਼ ਪਤਾ ਨੇ ਨਾ ਤੁਹਾਨੂੰ ਕੀ ਹੁੰਦੀਆਂ ਨੇ, ਜਿੱਥੇ ਇੱਕ ਆਰਟਰੀ ਖਤਮ ਹੁੰਦੀ ਹੈ ਉੱਥੇ ਇੱਕ ਵੇਨ ਸ਼ੁਰੂ ਹੁੰਦੀ ਹੈ, ਦੋਨਾਂ ਦੇ ਵਿਚਕਾਰ ਆਉਂਦੀ ਹੈ ਬਲੱਡ ਕੈਪਿਲਰੀ। ਬਲੱਡ ਕੈਪਿਲਰੀਜ਼ ਤੋਂ, ਉਹਨਾਂ ਦੀ ਵਾਲਸ ਤੋਂ ਇਹ ਬਾਹਰ ਆ ਜਾਂਦੇ ਨੇ। ਠੀਕ ਹੈ,
ਜਿਸ ਜਗ੍ਹਾ ਤੇ ਇੰਜਰੀ ਹੋਈ ਪਈ ਹੈ ਉਸ ਜਗ੍ਹਾ ਤੇ ਸਿਰਫ ਇਹ ਬਾਹਰ ਆ ਜਾਂਦੇ ਨੇ। ਹੁਣ ਪੜੋ ਇਹ ਵਾਲੀ ਲਾਈਨ। ਸਰ ਕੀ ल्यूकोसाइट्स ल्यूकोसाइट हैव अ प्रॉपर्टी। पर सर वो तो सिर्फ कार्बन पहले एक बार पढ़ना ਤਾਂ ਹੀ ਪਤਾ ਲੱਗੇਗਾ। ल्यूकोसाइट्स ਦੇ ਕੋਲ ਇੱਕ ਪ੍ਰੋਪਰਟੀ ਹੈ ਟੂ ਸਕੁਈਜ਼ ਥਰੂ ਦਾ ਵਾਲਸ ਆਫ ਕੈਪਿਲਰੀਜ਼। ਸਕੁਈਜ਼ ਹੋ ਕੇ ਕੈਪਿਲਰੀ ਦੀ ਵਾਲਸ ਤੋਂ ਇਹ ਬਾਹਰ ਆ ਜਾਂਦੇ ਨੇ। ਸਮਝ ਆਇਆ ਤਰੁਣ? ਕੈਪਿਲਰੀਜ਼ ਦੇ ਅੰਦਰ ਨਾ ਛੋਟੇ ਛੋਟੇ ਪੋਰਸ ਹੁੰਦੇ ਨੇ। ਜਦੋਂ ਹੀ ਉਹਨੂੰ ਲੱਗੇਗਾ ਵੀ ਇਸ ਜਗ੍ਹਾ ਤੇ ਇੰਜਰੀ ਹੋਈ ਹੈ ਉਹ ਕੈਪਿਲਰੀ ਦੀ ਪੋਰਸ ਤੋਂ ਬਾਹਰ ਆਉਣ ਲਈ ਆਪਣੇ ਆਪ ਨੂੰ ਸਕੁਈਜ਼ ਕਰੇਗਾ ਔਰ ਇਹ ਪੋਰ ਤੋਂ ਬਾਹਰ ਨਿਕਲ ਜਾਏਗਾ। ਦੇਖ ਥੋੜਾ ਜਿਹਾ ਮੈਂ ਡਰਾ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਇਹ ਕੈਪਿਲਰੀ ਦੇ ਛੋਟੇ ਛੋਟੇ ਪੋਰਸ ਨੇ ਇਹ ਵਾਲੇ, ਠੀਕ ਹੈ। ਜਿਹੜੇ ਲਿਊਕੋਸਾਈਟਸ ਹੁੰਦੇ ਨੇ ਸਕੁਈਜ਼ ਕਰਕੇ ਆਪਣੇ ਆਪ ਨੂੰ ਇਸ ਪੋਰ ਤੋਂ ਬਾਹਰ ਆ ਜਾਣਗੇ ਐਟ ਦਾ ਸਾਈਟ ਆਫ ਇੰਜਰੀ। ਮਤਲਬ ਇਸ ਜਗ੍ਹਾ ਤੇ ਕਿਤੇ ਇੰਜਰੀ ਹੋਈ ਹੋਏਗੀ ਉਹ ਆਪਣੇ ਆਪ ਨੂੰ ਸਕੁਈਜ਼ ਕਰਕੇ ਇਹਦੀ ਵਾਲਸ ਤੋਂ ਇੱਥੋਂ ਦੀ ਬਾਹਰ ਆ ਗਿਆ। ਉਰੇ ਤੱਕ ਸਮਝ? ਹੁਣ ਅੱਗੇ ਪੜੋ। ਸਰ ਨਾਰਮਲੀ ਇੱਕ ਕੈਪਿਲਰੀ ਦੂਸਰੀ ਕੈਪਿਲਰੀ ਤੋਂ ਕਿੰਨੇ ਡਿਸਟੈਂਸ ਤੇ? डिस्टेंस ਦਾ ਨਹੀਂ ਮੈਂ ਦੱਸ ਸਕਦਾ ਕੁਝ। सर अगर सर आपने कहा लिमिटेड में होते ज्यादा नहीं होते कौन? अगर ये WBC अगर दूर है उनकी कैपेबिलिटी ਤਾਂ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਇੰਜਰੀ ਹੈ ਬੋਡੀ 'ਚ। ਕਿਹੜਾ ਹਰ ਜਗ੍ਹਾ ਤੇ ਇੱਕੋ ਟਾਈਮ ਤੇ ਇੰਜਰੀਆਂ ਹੋ ਜਾਣਗੀਆਂ? ਕਿਸੇ ਇੱਕ ਜਗ੍ਹਾ ਤੇ ਹੋਏਗੀ ਨਾ। ਮਾਈਕਰੋ ਆਰਗੈਨਿਜ਼ਮ ਕਿਸੇ ਇੱਕ ਜਗ੍ਹਾ ਤੋਂ ਐਂਟਰ ਕਰਨਗੇ। ਇਹ ਥੋੜੀ ਵੀ ਤੁਸੀਂ ਮਾਈਕਰੋ ਆਰਗੈਨਿਜ਼ਮ ਦੇ ਕੂਏ 'ਚ ਛਾਲ ਮਾਰਤੀ ਔਰ ਹਰ ਜਗ੍ਹਾ ਤੋਂ ਐਂਟਰ ਕਰ ਰਿਹਾ। सर मैं तो बोल ही नहीं रहा सर। ਤੂੰ ਇਹੀ ਬੋਲ ਰਿਹਾ ਵੀ ਤੂੰ ਕਿਹਾ ਵੀ ਇਹ ਤਾਂ ਪਹਿਲਾਂ ਹੀ ਲਿਮਿਟਿਡ ਹੁੰਦੇ ਨੇ, ਇਹੀ ਬੋਲਿਆ ਨਾ ਤੂੰ। ਹਾਂ ਤੇ ਫਿਰ ਜਿੱਥੇ ਇੰਜਰੀ ਹੁੰਦੀ ਹੈ ਸਿਰਫ ਉਸ ਜਗ੍ਹਾ ਤੇ ਹੀ ਜਾ ਕੇ ਕੈਪਿਲਰੀ ਤੋਂ ਬਾਹਰ ਨਿਕਲਦੇ ਨੇ, ਹਰ ਜਗ੍ਹਾ ਤੋਂ ਨਹੀਂ ਨਿਕਲਦੇ। ਤਾਂ ਲਿਮਿਟਿਡ ਹੋਣ ਦੇ ਬਾਵਜੂਦ ਵੀ ਇਹ ਕੰਮ ਦਿਖਾ ਦਿੰਦੇ ਨੇ। ਫਿਰ ਅੱਗੇ ਪੜੋ। the killed leukocytes यानी कि dead RBC pass out of the wound together with the tissue cell as pus। ਹੁਣ ਦੇਖੋ ਇਸ ਜਗ੍ਹਾ ਤੇ ਇੰਜਰੀ ਸੀ, ਇਹ ਬਲੱਡ ਦੀ ਕੈਪਿਲਰੀ ਤੋਂ ਸਕੁਈਜ਼ ਹੋ ਕੇ ਬਾਹਰ ਆ ਗਿਆ। ਇਸ ਪ੍ਰੋਸੈਸ ਨੂੰ ਅਸੀਂ ਕੀ ਬੋਲਦੇ ਹਾਂ? ਡਾਈਪੈਡਿਸਿਸ। ਉਹਨੇ ਬਾਹਰ ਆ ਕੇ ਲੜਾਈ ਕੀਤੀ ਬਹੁਤ ਜ਼ਿਆਦਾ। ਲੜਾਈ ਕਰਦੇ ਕਰਦੇ ਸਪੋਜ਼ ਕਰੋ ਮਰ ਗਿਆ, ਸ਼ਹੀਦ ਹੋ ਗਿਆ WBC। ਜਿਹੜਾ WBC ਸ਼ਹੀਦ ਹੋਇਆ ਤੇ ਕੁਝ ਸੈੱਲ ਵੀ ਮਰੇ ਆ ਉੱਥੇ, ਕੁਝ ਟਿਸ਼ੂਜ਼ ਕੁਝ ਸੈਲਸ ਮਰ ਗਏ ਔਰ WBC ਵੀ ਮਰ ਗਿਆ। ਇਹ ਕੀ ਕਰੇਗਾ? ਹੁਣ ਬਾਡੀ ਤੋਂ ਬਾਹਰ ਨਿਕਲੇਗਾ। ਬਾਡੀ ਤੋਂ ਜਦੋਂ ਬਾਹਰ ਨਿਕਲਦੇ ਨੇ ਤਾਂ ਬਾਡੀ ਤੋਂ ਬਾਹਰ ਉਰੇ ਇੱਕ ਛੋਟੀ ਜਿਹੀ ਜਗ੍ਹਾ ਕ੍ਰੀਏਟ ਹੋ ਜਾਏਗੀ, ਉਹਨੂੰ ਕੀ ਬੋਲਦੇ ਆ ਆਪਾਂ? ਪਸ। ਸਮਝ ਆ ਗਿਆ? ਹੁਣ ਅੱਗੇ ਪੜੋ। ਸਰ ਵਾਉਂਡ ਦੇ ਅੰਦਰ ਇੱਕ ਲਿਕੁਇਡ ਜ਼ਖਮ, ਹਾਂ ਜ਼ਖਮ ਦੇ ਅੰਦਰ ਜਿਹੜਾ ਲਿਕੁਇਡ ਹੈ ਨਾ ਉਸ ਲਿਕੁਇਡ ਦੇ ਅੰਦਰ ਕੀ ਹੈ ਹਿਮਾਂਸ਼? ਉਹ ਸਾਰੇ ਡੈਡ ਸੈੱਲ ਭਰੇ ਹੋਏ ਨੇ, ਉਹ ਸਾਰੇ ਸ਼ਹੀਦ WBC ਭਰੇ ਹੋਏ ਨੇ ਜਿਹੜੇ ਲੜਦੇ ਲੜਦੇ ਮਰ ਗਏ। ਹਾਂ ਅਬ ਯਾਰ ਉਹਨੂੰ ਇਸ ਲਈ ਨਹੀਂ, ਉਹਨੂੰ ਕਹਿੰਦੇ ਨੇ ਵੀ ਜ਼ਖਮ ਨੂੰ ਤੋੜਨਾ ਇਸ ਲਈ ਨਹੀਂ ਚਾਹੀਦਾ ਕਿਉਂਕਿ ਉਹਦੇ ਨੀਚੇ ਜਿੰਨੇ ਵੀ ਜਿਹੜੇ WBC ਹੈਗੇ ਨੇ ਸਾਰੇ ਡੈਡ ਨੇ। ਤਾਂ ਅਗਰ ਬਾਹਰੋਂ ਦੀ ਕੋਈ ਬੈਕਟੀਰੀਆ ਉਸ ਜਗ੍ਹਾ ਤੋਂ ਐਂਟਰ ਕਰ ਗਿਆ ਤਾਂ ਤੁਹਾਨੂੰ ਫਿਰ ਉਸ ਜਗ੍ਹਾ ਤੋਂ ਕੋਈ ਬਚਾ ਨਹੀਂ ਪਾਏਗਾ ਕਿਉਂਕਿ ਇਸ ਜਗ੍ਹਾ ਤੇ ਹਾਲੇ ਜ਼ਖਮ ਹੋਇਆ ਪਿਆ। ਇਸ ਜਗ੍ਹਾ ਤੇ ਬਾਕੀ ਜਿਹੜੇ WBC ਉਹ ਆਏਂਗੇ ਨਹੀਂ। ਇੱਥੇ ਜਿੰਨੀ ਦੇਰ ਤੱਕ ਪਲੇਟਲੈਟ ਬਣ ਕੇ ਪੂਰੀ ਲੇਅਰ ਕ੍ਰੀਏਟ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਇਸ ਜਗ੍ਹਾ ਤੇ ਖਰਾਬ ਨਾ ਕਰੋ ਤਾਂ ਕਿ ਮਾਈਕਰੋ ਆਰਗੈਨਿਜ਼ਮ ਇਸ ਜਗ੍ਹਾ ਤੋਂ ਅੰਦਰ ਬੜੀ ਆਸਾਨੀ ਨਾਲ ਜਾ ਸਕਦੇ ਨੇ। ਸਮਝ ਆ ਗਿਆ? ਇਹ ਆਪਣੇ ਆਪ ਬਹੁਤ ਜਲਦੀ ਠੀਕ ਹੋ ਜਾਂਦਾ ਹੈ। अगर कहीं से बर्न भी हो जाए सर। ਹਾਂ ਬਰਨ ਹੋ ਜੇ ਤਾਂ ਵੀ ਹੋ ਜਾਂਦਾ ਹੈ। ਸਰ 2-4 ਦਿਨ ਲੱਗਦੇ ਆ ਪਰ ਬੜਾ ਦਰਦ। हाँ सर सर इतनी सी 2-4 ਦਿਨ ਵੀ ਜ਼ਿਆਦਾ ਨਹੀਂ। ਕਈ ਵਾਰ ਸਾਈਜ਼ ਦੇ ਉੱਪਰ ਡਿਪੈਂਡ ਕਰਦਾ ਕਿੰਨਾ ਬੜਾ ਜ਼ਖਮ ਹੈ। सर जब वो हाँ, जब हाँ। लिक्विड सा निकलता है ਪਸ ਹਾਂ ਲਿਕੁਇਡ ਜਿਹਾ ਹੀ ਹੁੰਦਾ ਹੈ। ਆ ਦੇਖੋ ਲਿਖਿਆ ਪਿਆ ਉਰੇ, ਨਹੀਂ ਉਰੇ ਲਿਕੁਇਡ ਨਹੀਂ ਲਿਖਿਆ ਪਿਆ। abnormal increase in the WBC count, some infection in the body। ਇਹ ਤਾਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਸੀ। ਅਗਰ WBC ਦਾ ਕਾਊਂਟ ਇੱਕਦਮ ਕੋਈ ਐਕਸਟਰਾ ਆਰਡੀਨਰੀ ਇਨਕਰੀਜ਼ ਹੋ ਜੇ, ਬਲੱਡ ਕੈਂਸਰ। ਨਹੀਂ ਜਾਂ ਤਾਂ ਐਕਸਟਰਾ ਆਰਡੀਨਰੀ ਇਨਕਰੀਜ਼ ਹੋਏਗਾ ਤਾਂ ਬਲੱਡ ਕੈਂਸਰ ਹੋਏਗੀ। ਅਗਰ ਮੰਨ ਲਓ ਵੀ ਥੋੜਾ ਬਹੁਤ ਇਨਕਰੀਜ਼ ਹੋਇਆ ਪਿਆ ਔਰ ਤੁਹਾਨੂੰ ਪਤਾ ਲੱਗ ਗਿਆ, ਇਹਦਾ ਮਤਲਬ ਸਮਝੋ ਵੀ ਤੁਹਾਡੀ ਬਾਡੀ 'ਚ ਬੜੇ ਸਾਰੇ ਸੋਲਜਰ ਟੈਰਰਿਸਟ ਆਏ ਸੀਗੇ ਤਾਂ ਉਹਨਾਂ ਨੇ ਆਪਣੀ ਸੋਲਜਰ ਦੀ ਕੈਪੈਸਿਟੀ ਇਨਕਰੀਜ਼ ਕੀਤੀ ਹੋਈ ਹੈ ਤੁਹਾਡੀ ਬਾਡੀ ਨੂੰ ਬਚਾਉਣ ਦੇ ਲਈ। ਇਸ ਤੋਂ ਅੱਗੇ ਆਪਾਂ ਕੱਲ ਕਰਾਂਗੇ, ਠੀਕ ਹੈ।